ਹੈਲੋ ਸਟੂਡੈਂਟਸ, ਮੇਰਾ ਅੱਜ ਦਾ ਟੌਪਿਕ ਹੈ ਕਲਿੱਪਰ ਸਰਕਟਸ। ਅੱਜ ਆਪਾਂ ਇਸ ਟੌਪਿਕ 'ਤੇ ਗੱਲ ਕਰਾਂਗੇ ਕਲਿੱਪਰ ਸਰਕਟਸ ਕੀ ਹੁੰਦੇ ਹਨ। ਕਲਿੱਪਰ ਸਰਕਟ ਜਿਸ ਸਰਕਟ ਵਿੱਚ ਡਾਇਓਡ ਅਤੇ ਰਜਿਸਟੈਂਸ ਦਾ ਕੰਬੀਨੇਸ਼ਨ ਹੋਵੇ ਅਤੇ ਉਹ ਇਨਪੁੱਟ ਸਾਈਨ ਵੇਵ ਨੂੰ ਕਲਿੱਪ ਕਰਕੇ ਆਊਟਪੁੱਟ 'ਤੇ ਹਾਫ ਸਾਈਨ ਵੇਵ ਜਾਂ ਸਕੇਅਰ ਵੇਵ ਬਣਾਉਂਦੇ ਹਨ, ਉਹਨਾਂ ਨੂੰ ਕਲਿੱਪਰ ਸਰਕਟ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਜੋ ਅਸੀਂ ਇਨਪੁੱਟ ਸਾਈਨ ਵੇਵ ਸਪਲਾਈ ਦੇਵਾਂਗੇ ਸਰਕਟ ਦੇ ਵਿੱਚ, ਆਊਟਪੁੱਟ ਦੇ ਉੱਤੇ ਜੋ ਸਾਨੂੰ ਵੇਵਫਾਰਮ ਪ੍ਰਾਪਤ ਹੋਵੇਗੀ ਉਹਦੇ ਵਿੱਚੋਂ ਕੁਛ ਵੇਵਫਾਰਮ ਹੈ ਜੋ ਸਾਡੀ ਕਲਿੱਪ ਹੋ ਜਾਂਦੀ ਹੈ, ਕੱਟ ਜਾਂਦੀ ਹੈ। ਉਸ ਚੀਜ਼ ਨੂੰ ਕਲਿੱਪਰ ਸਰਕਟ ਕਿਹਾ ਜਾਂਦਾ ਹੈ। ਵਰਗੀਕਰਨ ਦੇ ਆਧਾਰ 'ਤੇ ਇਹਨਾਂ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਪੋਜੀਟਿਵ ਕਲਿੱਪਰ, ਨੈਗੇਟਿਵ ਕਲਿੱਪਰ, ਬਾਇਸ ਕਲਿੱਪਰ ਅਤੇ ਕੰਬੀਨੇਸ਼ਨ ਕਲਿੱਪਰ। ਸਭ ਤੋਂ ਪਹਿਲਾਂ ਆਪਾਂ ਕਲਿੱਪਰ ਸਰਕਟ ਦੇ ਵਿੱਚ ਜਾਣਨ ਤੋਂ ਪਹਿਲਾਂ ਇਸ ਦੇ ਵਿੱਚ ਜੋ ਆਪਾਂ ਡਾਇਓਡ ਲਗਾਵਾਂਗੇ, ਡਾਇਓਡ ਬਾਰੇ ਆਪਾਂ ਪਹਿਲਾਂ ਜਾਣ ਲਈਏ ਵੀ ਡਾਇਓਡ ਆਪਾਂ ਪਿਛਲੇ ਚੈਪਟਰ ਦੇ ਵਿੱਚ ਵੀ ਪੜ੍ਹਿਆ ਸੀ, ਇਹਦੇ ਵਿੱਚ ਮੈਂ ਦੁਬਾਰੇ ਰਿਪੀਟ ਕਰ ਰਿਹਾਗਾ। ਡਾਇਓਡ ਦੀ ਬਾਇਸਿੰਗ ਕਿਸ ਤਰ੍ਹਾਂ ਕਰਦੇ ਆਪਾਂ। ਡਾਇਓਡ ਦੇ ਵਿੱਚ ਜਦੋਂ ਰਿਵਰਸ ਬਾਇਸ ਹੁੰਦਾ ਹੈ, ਰਿਵਰਸ ਬਾਇਸ ਤੋਂ ਭਾਵ ਡਾਇਓਡ ਦੇ ਪੋਜ਼ੀਟਿਵ ਟਰਮੀਨਲ ਨਾਲ ਨੈਗੇਟਿਵ ਇਨਪੁੱਟ ਅਤੇ ਡਾਇਓਡ ਦੇ ਨੈਗੇਟਿਵ ਟਰਮੀਨਲ ਪੋਜ਼ੀਟਿਵ ਇਨਪੁੱਟ ਲਗਾਈ ਜਾਂਦੀ ਹੈ, ਤਾਂ ਉਸ ਨੂੰ ਰਿਵਰਸ ਬਾਇਸ ਕਿਹਾ ਜਾਂਦਾ ਹੈ ਅਤੇ ਡਾਇਓਡ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਡਾਇਓਡ ਸਾਡਾ ਰਿਵਰਸ ਬਾਇਸ ਦੇ ਵਿੱਚ ਲੱਗਿਆ ਹੋਵੇ ਤਾਂ ਉਹ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਡਾਇਓਡ ਫਾਰਵਰਡ ਬਾਇਸ ਵਿੱਚ ਭਾਵ ਡਾਇਓਡ ਦੇ ਪੋਜ਼ੀਟਿਵ ਟਰਮੀਨਲ ਨਾਲ ਪੋਜ਼ੀਟਿਵ ਇਨਪੁੱਟ ਅਤੇ ਡਾਇਓਡ ਦੇ ਨੈਗੇਟਿਵ ਟਰਮੀਨਲ ਨਾਲ ਨੈਗੇਟਿਵ ਇਨਪੁੱਟ ਲਗਾਈ ਜਾਂਦੀ ਹੈ ਤਾਂ ਫਾਰਵਰਡ ਬਾਇਸ ਕਿਹਾ ਜਾਂਦਾ ਹੈ। ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ, ਇਸ ਕਾਰਨ ਡਾਇਓਡ ਨੂੰ ਆਈਡਲ ਡਾਇਓਡ ਵੀ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਕਲਿੱਪਰ ਸਰਕਟ ਦੇ ਵਿੱਚ ਜੋ ਅਸੀਂ ਡਾਇਓਡ ਦੀ ਪੋਜੀਸ਼ਨ ਨੂੰ ਰੱਖਾਂਗੇ ਉਸ ਪੋਜੀਸ਼ਨ ਦੇ ਆਧਾਰ 'ਤੇ ਡਾਇਓਡ ਨੇ ਕੰਮ ਕਰਨਾ, ਵਰਕ ਕਰਨਾ ਗਾ। ਆਓ ਹੁਣ ਆਪਾਂ ਕਲਿੱਪਰ ਸਰਕਟ ਬਾਰੇ ਪੜ੍ਹਦੇ ਹਾਂ ਅੱਗੇ। ਸਭ ਤੋਂ ਪਹਿਲਾਂ ਆ ਜਾਂਦਾ ਆਪਣੇ ਕੋਲ ਪੋਜ਼ੀਟਿਵ ਸੀਰੀਜ਼ ਕਲਿੱਪਰ। ਪੋਜ਼ੀਟਿਵ ਸੀਰੀਜ਼ ਕਲਿੱਪਰ ਵਿੱਚ ਡਾਇਓਡ ਨੂੰ ਸੀਰੀਜ਼ ਵਿੱਚ ਲਗਾਇਆ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਡਾਇਗਰਾਮ ਦੇ ਵਿੱਚ ਦੇਖ ਰਹੇ ਹਾਂ, ਇਹ ਸੀਰੀਜ਼ ਦੇ ਵਿੱਚ ਲਗਾਇਆ ਹੋਇਆ ਆਪਾਂ ਡਾਇਓਡ ਨੂੰ। ਜਦੋਂ ਸਾਈਨ ਵੇਵ ਦੀ ਪੋਜ਼ੀਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ ਅਤੇ ਡਾਇਓਡ ਨੂੰ ਰਿਵਰਸ ਬਾਇਸ ਵਿੱਚ ਰੱਖਿਆ ਜਾਂਦਾ ਹੈ ਤਾਂ ਡਾਇਓਡ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਵਿੱਚ ਆਪਾਂ ਜੋ ਇਨਪੁੱਟ ਸਪਲਾਈ ਦੇਣੀ ਆ ਸਟੂਡੈਂਟਸ, ਉਹ ਦੇਣੀ ਆਪਾਂ ਪੋਜ਼ੀਟਿਵ ਹਾਫ ਸਾਈਕਲ, ਅਤੇ ਆਪਾਂ ਜੋ ਡਾਇਓਡ ਦੀ ਪੋਜੀਸ਼ਨ ਰੱਖੀ ਹੋਈ ਆ ਉਹ ਰੱਖੀ ਹੋਈ ਆਪਾਂ ਰਿਵਰਸ ਬਾਇਸ ਦੇ ਵਿੱਚ। ਕਹਿਣ ਦਾ ਭਾਵ ਵੀ ਪੋਜ਼ੀਟਿਵ ਦੇ ਨਾਲ ਨੈਗੇਟਿਵ ਟਰਮੀਨਲ ਲੱਗਿਆ ਹੋਇਆ ਗਾ ਅਤੇ ਸਾਡਾ ਜਿਹੜਾ ਡਾਇਓਡ ਹੋ ਗਿਆ ਉਹ ਰਿਵਰਸ ਬਾਇਸ ਦੇ ਵਿੱਚ ਹੋ ਗਿਆ। ਇਸ ਪੋਜੀਸ਼ਨ ਦੇ ਵਿੱਚ ਜੋ ਸਾਡਾ ਡਾਇਓਡ ਹੈ ਉਹ ਇੱਕ ਓਪਨ ਸਰਕਟ ਦੀ ਤਰ੍ਹਾਂ ਵਰਕ ਕਰੇਗਾ। ਇਸ ਵਿੱਚ ਇੱਕ ਰਜਿਸਟੈਂਸ ਹੈ ਜੋ ਸਰਕਟ ਦੇ ਪੈਰਲਲ ਵਿੱਚ ਲਗਾਈ ਗਈ ਹੈ, ਜਿਹਨੂੰ ਆਪਾਂ ਲੋਡ ਰਜਿਸਟੈਂਸ ਕਹਿ ਦਿੰਦੇ ਹਾਂ। ਇਹ ਸਾਡੀ ਵੋਲਟੇਜ ਆਊਟ ਆ ਗਈ, BO ਦਾ ਭਾਵ ਵੋਲਟੇਜ ਆਊਟ। ਇਹ ਇੱਥੇ ਜੋ ਵੇਵਫਾਰਮ ਸਾਨੂੰ ਪ੍ਰਾਪਤ ਹੋਣੀ ਆ ਉਹਦਾ ਸਾਈਕਲ ਬਣਨਾ ਗਾ। ਹੁਣ ਆਪਾਂ ਕਿਸ ਤਰ੍ਹਾਂ ਦੇਖਣਾ ਇਹਦੇ ਵਿੱਚ ਵੀ ਜਦੋਂ ਪੋਜ਼ੀਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ ਅਤੇ ਡਾਇਓਡ ਨੂੰ ਰਿਵਰਸ ਬਾਇਸ ਵਿੱਚ ਰੱਖਿਆ ਜਾਂਦਾ ਹੈ ਤਾਂ ਡਾਇਓਡ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ, ਤਾਂ ਸਰਕਟ ਵਿੱਚ ਕਰੰਟ ਦਾ ਫਲੋ 0 ਹੁੰਦਾ ਹੈ। ਕਹਿਣ ਦਾ ਭਾਵ ਜਦੋਂ ਆਪਣਾ ਕਰੰਟ ਇੱਥੇ ਚੱਲਿਆ ਤੇ ਇੱਥੇ ਰੁਕ ਗਿਆ ਆ ਕੇ, ਕਿਉਂਕਿ ਇਹ ਰਿਵਰਸ ਬਾਇਸ ਦੇ ਵਿੱਚ ਹੈ। ਰਿਵਰਸ ਬਾਇਸ ਦੇ ਵਿੱਚ ਡਾਇਓਡ ਹੈ ਜਿਹੜਾ ਓਪਨ ਸਰਕਟ ਦੀ ਤਰ੍ਹਾਂ ਵਰਕ ਕਰਦਾ, ਸਾਡੇ ਇਲੈਕਟ੍ਰੋਨ ਇੱਥੇ ਰੁਕ ਗਿਆ ਅਤੇ ਸਾਨੂੰ ਆਊਟਪੁੱਟ ਦੇ ਉੱਪਰ ਜੋ ਸਾਈਨ ਵੇਵ ਦਾ ਪੋਜ਼ੀਟਿਵ ਹਾਫ ਸਾਈਕਲ ਪ੍ਰਾਪਤ ਹੋਣਾ ਉਹ ਇੱਥੇ ਨਹੀਂ ਹੁੰਦਾ। ਇਸ ਕਰਕੇ ਸਾਨੂੰ ਇਹ ਜਿਹੜੀ ਇੱਥੇ ਵੇਵਫਾਰਮ ਸਾਡੇ ਕੋਲ ਨਹੀਂ ਬਣੀ ਹੈਗੀ। ਠੀਕ ਹੈ, ਅੱਗੇ ਆ ਜਾਂਦਾ ਹੈਗਾ। ਹੁਣ ਆਪਾਂ ਇਹ ਤਾਂ ਦਿੱਤਾ ਸੀ ਆਪਾਂ ਪੋਜ਼ੀਟਿਵ ਸਪਲਾਈ, ਇਸ ਤੋਂ ਬਾਅਦ ਆਪਾਂ ਦੇਵਾਂਗੇ ਨੈਗੇਟਿਵ ਸਪਲਾਈ ਇਹਦੀ। ਇਸ ਵਿੱਚ ਆਪਾਂ ਹੁਣ ਕੀ ਕਰਨਾ ਗਾ, ਇਨਪੁੱਟ ਦੇ ਤੌਰ 'ਤੇ ਨੈਗੇਟਿਵ ਹਾਫ ਸਾਈਕਲ ਸਪਲਾਈ ਦੇ ਤੌਰ 'ਤੇ ਦੇਵਾਂਗੇ। ਪੋਜੀਸ਼ਨ ਆਪਾਂ ਜੋ ਰੱਖੀ ਹੋਈ ਹੈਗੀ ਡਾਇਓਡ ਦੀ ਉਹੀ ਹੈਗੀ, ਅਤੇ ਹੁਣ ਅੱਗੇ ਨਾਲੋਂ ਟਰਮੀਨਲ ਚੇਂਜ ਹੋ ਗਏ। ਪਹਿਲਾਂ ਆਪਣਾ A ਪੋਜ਼ੀਟਿਵ ਸੀ, B ਨੈਗੇਟਿਵ ਸੀ, ਹੁਣ ਆਪਣਾ A ਹੋ ਗਿਆ ਨੈਗੇਟਿਵ, B ਹੋ ਗਿਆ ਪੋਜ਼ੀਟਿਵ। ਹੁਣ ਇਹਦੇ ਵਿੱਚ ਕਿਸ ਤਰ੍ਹਾਂ ਹੁੰਦਾ ਗਾ, ਜਦੋਂ ਡਾਇਓਡ ਨੂੰ ਸੀਰੀਜ਼ ਵਿੱਚ ਲਗਾਇਆ ਜਾਂਦਾ ਹੈ ਅਤੇ ਜਦੋਂ ਸਾਈਨ ਵੇਵ ਦੀ ਨੈਗੇਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ ਅਤੇ ਡਾਇਓਡ ਨੂੰ ਫਾਰਵਰਡ ਬਾਇਸ ਵਿੱਚ ਲਗਾਇਆ ਜਾਂਦਾ ਹੈ
ਤਾਂ ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਫਾਰਵਰਡ ਬਾਇਸ ਦੇ ਵਿੱਚ ਹੋ ਗਿਆ, ਨੈਗੇਟਿਵ ਦੇ ਨਾਲ ਨੈਗੇਟਿਵ ਸਪਲਾਈ ਲੱਗ ਗਈ, ਤਾਂ ਜੋ ਸਾਡਾ ਡਾਇਓਡ ਆ ਉਹ ਕਿਹੜੀ ਪੋਜੀਸ਼ਨ 'ਚ ਹੋ ਗਿਆ, ਫਾਰਵਰਡ ਬਾਇਸ ਦੇ ਵਿੱਚ। ਫਾਰਵਰਡ ਬਾਇਸ ਦੇ ਵਿੱਚ ਅਸੀਂ ਜਾਣਦੇ ਹਾਂ ਵੀ ਜਿਹੜਾ ਸਾਡਾ ਸਰਕਟ ਆ ਉਹ ਇੱਕ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈਗਾ। ਜੋ ਸਾਡੀ ਇਨਪੁੱਟ ਸਪਲਾਈ ਆ ਉਹੀ ਸਾਡੀ ਆਊਟਪੁੱਟ ਸਪਲਾਈ ਦੇ ਉੱਪਰ ਸਾਨੂੰ ਪ੍ਰਾਪਤ ਹੋਵੇਗੀ। ਕਹਿਣ ਦਾ ਭਾਵ ਵੀ ਵੋਲਟੇਜ ਆਊਟ ਹੈ ਜਿਹੜੀ ਸਾਡੀ, ਉਹ ਵੋਲਟੇਜ ਇਨ ਦੇ ਬਰਾਬਰ ਹੋਏਗੀ। ਉਹੀ ਜੋ ਵੇਵਫਾਰਮ ਅਸੀਂ ਨੈਗੇਟਿਵ ਸਾਈਕਲ ਸਾਨੂੰ ਇੱਥੇ ਆਪਾਂ ਇਨਪੁੱਟ ਦੀ ਤੌਰ 'ਤੇ ਦਿੱਤਾ ਸੀ, ਸਾਨੂੰ ਆਊਟਪੁੱਟ ਦੇ ਤੌਰ 'ਤੇ ਨੈਗੇਟਿਵ ਹਾਫ ਸਾਈਕਲ ਪ੍ਰਾਪਤ ਹੋ ਜਾਏਗਾ। ਤਾਂ ਸਰਕਟ ਵਿੱਚ ਕਰੰਟ ਦਾ ਫਲੋ ਚੱਲਦਾ ਹੈ ਅਤੇ ਆਊਟਪੁੱਟ ਵੋਲਟੇਜ ਇਨਪੁੱਟ ਵੋਲਟੇਜ ਦੇ ਬਰਾਬਰ ਹੁੰਦੀ ਹੈ ਅਤੇ ਸਾਨੂੰ ਆਊਟਪੁੱਟ ਸਾਈਨ ਵੇਵ ਦਾ ਨੈਗੇਟਿਵ ਸਾਈਕਲ ਪ੍ਰਾਪਤ ਹੁੰਦਾ ਹੈ। ਅੱਗੇ ਆ ਜਾਂਦਾ ਪੋਜੀਟਿਵ ਸ਼ੰਟ ਕਲਿੱਪਰ। ਸ਼ੰਟ ਦਾ ਭਾਵ ਵੀ ਆਪਾਂ ਜਿਹੜਾ ਡਾਇਓਡ ਹੈ ਉਹ ਪੈਰਲਲ ਦੇ ਵਿੱਚ ਲਾਉਣਾ ਸਰਕਟ ਦੇ। ਇਹ ਸਰਕਟ ਦਾ ਆਪਣਾ ਪੋਜੀਟਿਵ ਤੇ ਨੈਗੇਟਿਵ ਟਰਮੀਨਲ ਆ ਗਏ ਇੱਧਰ, ਤੇ ਆਪਣਾ ਜੋ ਡਾਇਓਡ ਦੀ ਹੁਣ ਪੋਜੀਸ਼ਨ ਚੇਂਜ ਹੋ ਗਈ। ਪਹਿਲਾਂ ਆਪਾਂ ਸੀਰੀਜ਼ ਦੇ ਵਿੱਚ ਲਗਾਇਆ ਹੋਇਆ ਸੀ, ਹੁਣ ਸੀਰੀਜ਼ ਦੇ ਵਿੱਚ ਆਪਣੀ ਰਜਿਸਟੈਂਸ ਹੋ ਗਈ ਤੇ ਡਾਇਓਡ ਸਾਡਾ ਕਾਹਦੇ 'ਚ ਹੋ ਗਿਆ, ਪੈਰਲਲ ਦੇ ਵਿੱਚ ਹੋ ਗਿਆ। ਪੈਰਲਲ ਦੇ ਵਿੱਚ ਇਹ ਸ਼ੰਟ ਦਾ ਕੰਮ ਕਰਨਾ ਇਹਨੇ। ਪੋਜੀਟਿਵ ਸ਼ੰਟ ਕਲਿੱਪਰ ਵਿੱਚ ਡਾਇਓਡ ਨੂੰ ਪੈਰਲਲ ਵਿੱਚ ਲਗਾਇਆ ਜਾਂਦਾ ਹੈ। ਜਦੋਂ ਸਾਈਨ ਵੇਵ ਦੀ ਪੋਜੀਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ, ਆ ਆਪਾਂ ਇਨਪੁੱਟ ਸਪਲਾਈ ਦੇਣੀ ਹੈ ਵੋਲਟੇਜ ਇਨ। ਪੋਜੀਟਿਵ ਹਾਫ ਸਾਈਕਲ ਆਪਾਂ ਪਹਿਲਾਂ ਦੇਵਾਂਗੇ ਅਤੇ ਡਾਇਓਡ ਨੂੰ ਫਾਰਵਰਡ ਬਾਇਸ ਵਿੱਚ ਰੱਖਿਆ ਜਾਂਦਾ ਹੈ। ਹੁਣ ਆਪਣਾ ਜਿਹੜਾ ਡਾਇਓਡ ਹੈ ਫਾਰਵਰਡ ਬਾਇਸ ਦੇ ਵਿੱਚ ਹੈ, ਇਹ ਆਪਣੀ ਪੋਜੀਟਿਵ ਸਪਲਾਈ ਆ ਰਹੀ ਹੈ ਰੈਜ਼ਿਸਟੈਂਸ ਦੇ ਰਾਹੀਂ ਹੋ ਕੇ ਡਾਇਓਡ ਦੇ ਪੋਜੀਟਿਵ ਟਰਮੀਨਲ ਨਾਲ ਅਟੈਚ ਹੋ ਗਈ, ਨੈਗੇਟਿਵ ਟਰਮੀਨਲ ਨੈਗੇਟਿਵ ਆ ਗਈ। ਠੀਕ ਹੈ, ਇਹਨੂੰ ਕਹਿੰਦੇ ਆਪਾਂ ਫਾਰਵਰਡ ਬਾਇਸ। ਤਾਂ ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਕਹਿਣ ਦਾ ਭਾਵ ਇੱਥੇ ਸਾਨੂੰ ਇਸ ਤਰ੍ਹਾਂ ਵਰਕ ਕਰੂਗਾ ਇਹ, ਜਿਸ ਤਰ੍ਹਾਂ ਸਰਕਟ ਸ਼ਾਰਟ ਹੋਇਆ ਹੁੰਦਾ ਗਾ। ਤਾਂ ਸਰਕਟ ਵਿੱਚ ਜੋ ਰਜਿਸਟੈਂਸ ਆ ਸਾਡੀ ਉਹ ਕੀ ਹੋ ਜਾਂਦੀ ਹੈਗੀ, ਜ਼ੀਰੋ ਹੋ ਜਾਂਦੀ ਹੈ ਅਤੇ ਆਊਟਪੁੱਟ ਵੋਲਟੇਜ ਸਾਡੀ ਜ਼ੀਰੋ ਪ੍ਰਾਪਤ ਹੁੰਦੀ ਹੈਗੀ ਸਾਨੂੰ, ਅਤੇ ਸਾਨੂੰ ਆਊਟਪੁੱਟ ਸਾਈਨ ਵੇਵ ਦਾ ਪੋਜੀਟਿਵ ਸਾਈਕਲ ਪ੍ਰਾਪਤ ਨਹੀਂ ਹੁੰਦਾ। ਜਦੋਂ ਇਹ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਗਾ ਤਾਂ ਸਾਡੀ ਰਜਿਸਟੈਂਸ ਜ਼ੀਰੋ ਹੋ ਗਈ, B = IR। ਜੇ ਆਪਾਂ ਫਾਰਮੂਲੇ ਨੂੰ ਵੀ ਸੋਲਵ ਕਰਦੇ ਹਾਂ ਤਾਂ B ਸਾਡੀ ਕੀ ਆ ਜਾਂਦੀ ਹੈ, ਜ਼ੀਰੋ ਦੇ ਬਰਾਬਰ ਆ ਜਾਂਦੀ ਹੈ। ਇਸ ਕਰਕੇ ਜੋ ਅਸੀਂ ਵੋਲਟੇਜ ਆਊਟ ਦੀ ਵੇਵਫਾਰਮ ਇੱਥੇ ਮਿਲਣੀ ਸੀ ਸਾਨੂੰ, ਉਹ ਪ੍ਰਾਪਤ ਨਹੀਂ ਹੁੰਦੀ ਇਸ ਸਾਈਕਲ ਦੇ ਵਿੱਚ। ਅੱਗੇ ਆ ਜਾਂਦਾ ਗਾ ਪੋਜੀਟਿਵ ਸ਼ੰਟ ਕਲਿੱਪਰ ਦਾ। ਹੁਣ ਆਪਾਂ ਨੈਗੇਟਿਵ ਸਾਈਕਲ ਭੇਜਣਾ ਇਹਦੇ ਵਿੱਚ। ਪਹਿਲਾਂ ਆਪਾਂ ਪੋਜੀਟਿਵ ਸਾਈਕਲ ਗਿਆ ਸੀ, ਹੁਣ ਨੈਗੇਟਿਵ ਹਾਫ ਸਾਈਕਲ ਆਪਾਂ ਸਪਲਾਈ ਦੇਣੀ ਹੈ। ਪੋਜੀਟਿਵ ਸ਼ੰਟ ਕਲਿੱਪਰ ਵਿੱਚ ਇਹਦੇ ਵਿੱਚ ਵੀ ਆਪਾਂ ਰਜਿਸਟੈਂਸ ਨੂੰ ਸੀਰੀਜ਼ ਦੇ ਵਿੱਚ ਰੱਖਿਆ ਹੋਇਆ ਤੇ ਡਾਇਓਡ ਸਾਡਾ ਪੈਰਲਲ ਦੇ ਵਿੱਚ ਲੱਗਿਆ ਹੋਇਆ ਹੈਗਾ ਸਪਲਾਈ ਦੇ। ਇਹਦੇ ਵਿੱਚ ਹੁਣ A ਟਰਮੀਨਲ ਸਾਡਾ ਨੈਗੇਟਿਵ ਹੋ ਗਿਆ ਤੇ B ਟਰਮੀਨਲ ਸਾਡਾ ਪੋਜੀਟਿਵ ਹੋ ਗਿਆ। ਇਹ ਮੈਂ ਰੈੱਡ ਤੇ ਬਲੂ ਲਾਈਨ ਦੇ ਨਾਲ ਵੀ ਇਹਨੂੰ ਬਣਾਇਆ ਹੋਏਗਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੇ। ਇਹ ਆਪਾਂ ਲਿਖਿਆ ਹੋਇਆ ਇੱਥੇ ਵੀ ਜਿਹੜਾ ਸਾਡਾ ਡਾਇਓਡ ਹੈ ਹੁਣ RB ਦਾ ਭਾਵ ਹੈਗਾ ਰਿਵਰਸ ਬਾਇਸ ਦੇ ਵਿੱਚ ਲੱਗਿਆ ਹੋਇਆ। ਕਹਿਣ ਦਾ ਭਾਵ ਪੋਜੀਟਿਵ ਦੇ ਨਾਲ ਨੈਗੇਟਿਵ ਟਰਮੀਨਲ ਲੱਗਿਆ ਇਹਦਾ ਤੇ ਨੈਗੇਟਿਵ ਨਾਲ ਪੋਜੀਟਿਵ ਟਰਮੀਨਲ ਲੱਗਿਆ ਹੋਏਗਾ। ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਡੈਫੀਨੇਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲਿਖਿਆ ਹੋਇਆ। ਪੋਜੀਟਿਵ ਸ਼ੰਟ ਕਲਿੱਪਰ ਵਿੱਚ ਡਾਇਓਡ ਨੂੰ ਪੈਰਲਲ ਵਿੱਚ ਲਗਾਇਆ ਜਾਂਦਾ ਹੈ। ਜਦੋਂ ਸਾਈਨ ਵੇਵ ਦੀ ਨੈਗੇਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ ਅਤੇ ਡਾਇਓਡ ਨੂੰ ਰਿਵਰਸ ਬਾਇਸ ਵਿੱਚ ਰੱਖਿਆ ਜਾਂਦਾ ਹੈ ਤਾਂ ਡਾਇਓਡ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਆਊਟਪੁੱਟ ਵੋਲਟੇਜ ਇਨਪੁੱਟ ਵੋਲਟੇਜ ਦੇ ਬਰਾਬਰ ਪ੍ਰਾਪਤ ਹੁੰਦੀ ਹੈ ਅਤੇ ਸਾਨੂੰ ਆਊਟਪੁੱਟ ਸਾਈਨ ਵੇਵ ਦਾ ਨੈਗੇਟਿਵ ਸਾਈਕਲ ਪ੍ਰਾਪਤ ਹੋ ਜਾਂਦਾ ਹੈ। ਕਹਿਣ ਦਾ ਭਾਵ ਸਾਡਾ ਜਿਹੜਾ ਡਾਇਓਡ ਹੈ ਇਹ ਤਾਂ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਿਆ। ਜਦੋਂ ਆਪਾਂ ਨੈਗੇਟਿਵ ਤੇ ਪੋਜੀਟਿਵ ਸਪਲਾਈ ਦੇਵਾਂਗੇ ਤਾਂ ਪੋਜੀਟਿਵ ਸਪਲਾਈ ਸਿੱਧੀ ਇੱਧਰ ਦੋਨੋਂ ਆਊਟ ਵਾਲੇ ਐਂਡ 'ਤੇ ਆ ਜਾਏਗੀ ਅਤੇ ਸਾਡੇ ਕੋਲ ਜੋ ਸਾਈਨ ਵੇਵ ਹਾਫ ਸਾਈਨ ਵੇਵ ਹੈ ਨੈਗੇਟਿਵ ਦੀ ਉਹ ਪ੍ਰਾਪਤ ਹੋ ਜਾਵੇਗੀ। ਇਸ ਨੂੰ ਅਸੀਂ ਕਹਿੰਦੇ ਆਂਗੇ ਪੋਜੀਟਿਵ ਸ਼ੰਟ ਕਲਿੱਪਰ। ਪਹਿਲਾਂ ਆਪਾਂ ਪੋਜੀਟਿਵ ਹਾਫ ਸਾਈਕਲ ਦਿੱਤੀ ਸੀ ਸਪਲਾਈ, ਫਿਰ ਇਹਦੇ ਵਿੱਚ ਹੁਣ ਆਪਾਂ ਨੈਗੇਟਿਵ ਹਾਫ ਸਾਈਕਲ ਸਪਲਾਈ ਦਿੱਤੀ ਆ। ਇਸੇ ਤਰ੍ਹਾਂ ਹੁਣ 4 ਅੱਗੇ ਆ ਜਾਣਗੇ ਨੈਗੇਟਿਵ ਦੇ। ਨੈਗੇਟਿਵ ਸੀਰੀਜ਼ ਕਲਿੱਪਰ। ਨੈਗੇਟਿਵ ਸੀਰੀਜ਼ ਕਲਿੱਪਰ ਇਹ ਵੀ ਅੱਗੇ ਆਪਾਂ ਦੋ ਤਰ੍ਹਾਂ ਦੇ ਬਣਾ ਲਏ, ਇੱਕ ਨੈਗੇਟਿਵ ਸੀਰੀਜ਼ ਕਲਿੱਪਰ ਹੋ ਗਏ, ਇੱਕ ਨੈਗੇਟਿਵ ਸ਼ੰਟ ਕਲਿੱਪਰ ਹੋ ਗਏ। ਪਹਿਲਾਂ ਆਪਾਂ ਪੜਾਂਗੇ ਨੈਗੇਟਿਵ ਸੀਰੀਜ਼ ਕਲਿੱਪਰ। ਇਸ ਵਿੱਚ ਆਪਾਂ ਹੁਣ ਕੀ ਕੀਤਾ ਹੋਇਆ ਗਾ, ਡਾਇਓਡ ਦੀ ਆਪਾਂ ਪੋਜੀਸ਼ਨ ਚੇਂਜ ਕਰ ਲਈ। ਪਹਿਲਾਂ ਤਾਂ ਆਪਾਂ ਟਰਮੀਨਲ ਚੇਂਜ ਕਰੇ ਹੋਏ ਸੀਗੇ, ਹੁਣ ਇਹਦੇ ਵਿੱਚ ਆਪਾਂ ਡਾਇਓਡ ਦੀ ਪੋਜੀਸ਼ਨ ਚੇਂਜ ਕਰੀ ਹੋਈ ਹੈ, ਰੱਖਿਆ ਉਹਨੂੰ ਸੀਰੀਜ਼ ਦੇ ਵਿੱਚ ਹੀ ਹੈ। ਇਹਦੇ ਵਿੱਚ ਆਪਣੇ ਕੋਲੇ ਪਹਿਲਾਂ ਆਪਾਂ ਲੈਫਟ ਸਾਈਡ ਦੇ ਉੱਪਰ ਨੈਗੇਟਿਵ ਰੱਖਿਆ ਸੀ, ਇਹਦੇ ਵਿੱਚ ਹੁਣ ਲੈਫਟ ਸਾਈਡ 'ਤੇ ਆਪਣੇ ਕੋਲੇ ਪੋਜੀਟਿਵ ਟਰਮੀਨਲ ਕਰ ਲਿਆ ਆਪਾਂ ਨੈਗੇਟਿਵ ਦਾ, ਅਤੇ ਨੈਗੇਟਿਵ ਟਰਮੀਨਲ ਆਪਾਂ ਆਊਟ ਵਾਲੀ ਸਾਈਡ 'ਤੇ ਰਾਈਟ ਸਾਈਡ 'ਤੇ ਕਰ ਲਿਆ।
ਇਹਦੀ ਡੈਫੀਨੇਸ਼ਨ ਕੀ ਹੈਗੀ, ਨੈਗੇਟਿਵ ਸੀਰੀਜ਼ ਕਲਿੱਪਰ ਵਿੱਚ ਡਾਇਓਡ ਨੂੰ ਸੀਰੀਜ਼ ਵਿੱਚ ਲਗਾਇਆ ਜਾਂਦਾ ਹੈ। ਇਹ ਆਪਾਂ ਸੀਰੀਜ਼ ਦੇ ਵਿੱਚ ਡਾਇਓਡ ਲਗਾਤਾ। ਜਦੋਂ ਸਾਈਨ ਵੇਵ ਦੀ ਪੋਜ਼ਿਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ, ਇਹ ਆਪਾਂ ਇਨਪੁੱਟ ਸਪਲਾਈ ਪੋਜ਼ਿਟਿਵ ਹਾਫ ਸਾਈਕਲ ਦੇਣਾ ਅਤੇ ਡਾਇਓਡ ਨੂੰ ਫਾਰਵਰਡ ਬਾਇਸ ਵਿੱਚ ਰੱਖਿਆ ਜਾਂਦਾ ਹੈ। ਡਾਇਓਡ ਸਾਡਾ ਪੋਜ਼ਿਟਿਵ ਨਾਲ ਪੋਜ਼ਿਟਿਵ ਐਂਗਲ ਮਿਲ ਗਿਆ, ਨੈਗੇਟਿਵ ਸਾਡਾ ਸਿੱਧਾ ਹੀ ਚੱਲ ਰਿਹਾ ਇੱਧਰ ਨੂੰ, ਅਤੇ ਇਹ ਸਾਡਾ ਕੀ ਹੋ ਗਿਆ, ਫਾਰਵਰਡ ਬਾਇਸ ਦੇ ਵਿੱਚ ਹੋ ਗਿਆ। ਤਾਂ ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਸਰਕਟ ਵਿੱਚ ਕਰੰਟ ਦਾ ਫਲੋ ਹੁੰਦਾ ਹੈ ਅਤੇ ਆਊਟਪੁੱਟ ਵੋਲਟੇਜ ਇਨਪੁੱਟ ਵੋਲਟੇਜ ਦੇ ਬਰਾਬਰ ਪ੍ਰਾਪਤ ਹੁੰਦੀ ਹੈ। ਕਹਿਣ ਦਾ ਭਾਵ ਜਦੋਂ ਅਸੀਂ ਜਾਣਦੇ ਹਾਂ ਵੀ ਜਦੋਂ ਡਾਇਓਡ ਨੂੰ ਫਾਰਵਰਡ ਬਾਇਸ ਦੇ ਵਿੱਚ ਅਸੀਂ ਲਗਾਉਂਦੇ ਹਾਂ ਤਾਂ ਉਹ ਵਰਕ ਕਰਦਾ ਗਾ, ਅਤੇ ਜਦੋਂ ਅਸੀਂ ਸਪਲਾਈ ਇਹਨੂੰ ਇਸ ਟਰਮੀਨਲ ਤੋਂ ਦੇਵਾਂਗੇ ਸਾਨੂੰ ਆਊਟਪੁੱਟ ਇਸ ਤਰ੍ਹਾਂ ਮਿਲ ਜਾਵੇਗੀ। ਕਹਿਣ ਦਾ ਭਾਵ ਜਿੰਨੀ ਅਸੀਂ ਵੋਲਟੇਜ ਇਨਪੁੱਟ ਦੇਵਾਂਗੇ ਉਨੀ ਸਾਨੂੰ ਇੱਧਰ ਪ੍ਰਾਪਤ ਹੋ ਜਾਏਗੀ। ਜੋ ਅਸੀਂ ਪੋਜ਼ਿਟਿਵ ਹਾਫ ਸਾਈਕਲ ਦੀ ਸਪਲਾਈ ਦਿੱਤੀ ਤਾਂ ਸਾਨੂੰ ਇੱਧਰ ਵੀ ਆਊਟ ਦੇ ਉੱਪਰ ਵੋਲਟੇਜ ਦੇ ਉੱਪਰ ਪੋਜ਼ਿਟਿਵ ਹਾਫ ਸਾਈਕਲ ਪ੍ਰਾਪਤ ਹੋ ਜਾਵੇਗਾ। ਅੱਗੇ ਆ ਜਾਂਦਾ ਨੈਗੇਟਿਵ ਸੀਰੀਜ਼ ਕਲਿੱਪਰ ਦੇ ਵਿੱਚ ਹੁਣ ਆਪਾਂ ਨੈਗੇਟਿਵ ਹਾਫ ਸਾਈਕਲ ਦੇਣਾ ਗਾ ਇਹਨੂੰ। ਇਨਪੁੱਟ ਸਪਲਾਈ ਪਹਿਲਾਂ ਆਪਾਂ ਪੋਜ਼ਿਟਿਵ ਹਾਫ ਸਾਈਕਲ ਦਿੱਤਾ ਸੀ, ਹੁਣ ਆਪਾਂ ਨੈਗੇਟਿਵ ਹਾਫ ਸਾਈਕਲ ਸਪਲਾਈ ਦੇਣੀ ਹੈ ਇਹਦੇ ਵਿੱਚ। ਨੈਗੇਟਿਵ ਸੀਰੀਜ਼ ਕਲਿੱਪਰ ਵਿੱਚ ਡਾਇਓਡ ਨੂੰ ਸੀਰੀਜ਼ ਵਿੱਚ ਲਗਾਇਆ ਜਾਂਦਾ ਹੈ। ਡਾਇਓਡ ਦੀ ਪੋਜੀਸ਼ਨ ਆਪਾਂ ਉਹੀ ਰੱਖੀ ਹੈਗੀ, ਪਰ ਟਰਮੀਨਲ ਚੇਂਜ ਕਰਤੇ। ਪਹਿਲਾਂ ਆਪਾਂ ਪੋਜ਼ਿਟਿਵ ਏ ਵਾਲੀ ਸਾਈਡ ਸੀ ਅਤੇ ਨੈਗੇਟਿਵ ਇਸ ਸਾਈਡ ਸੀ, ਹੁਣ ਨੈਗੇਟਿਵ ਉੱਪਰਲੀ ਸਾਈਡ ਆ ਗਿਆ, ਪੋਜ਼ਿਟਿਵ ਆਪਣੇ ਕੋਲੇ ਨੀਚੇ ਵਾਲੀ ਸਾਈਡ 'ਤੇ ਆ ਗਿਆ। ਜਦੋਂ ਸਾਈਨ ਵੇਵ ਦੀ ਨੈਗੇਟਿਵ ਹਾਫ ਸਾਈਕਲ ਸਪਲਾਈ ਦਿੱਤੀ ਜਾਂਦੀ ਹੈ ਅਤੇ ਡਾਇਓਡ ਨੂੰ ਰਿਵਰਸ ਬਾਇਸ ਵਿੱਚ ਰੱਖਿਆ ਜਾਂਦਾ ਹੈ। ਇਹ ਹੁਣ ਰਿਵਰਸ ਬਾਇਸ 'ਚ ਹੋ ਗਿਆ ਸਟੂਡੈਂਟਸ ਆਪਣਾ, ਕਿਉਂਕਿ ਇਨਪੁੱਟ ਆਪਣੀ ਜੋ ਸਪਲਾਈ ਦੇ ਰਹੇ ਹਾਂ ਇਹ ਨੈਗੇਟਿਵ ਹੈਗੀ ਅਤੇ ਪੋਜ਼ਿਟਿਵ ਆਪਣਾ ਟਰਮੀਨਲ ਹੈਗਾ ਗਾ ਡਾਇਓਡ ਦਾ। ਦੋਨੋਂ ਪੋਜ਼ਿਟਿਵ ਅਤੇ ਨੈਗੇਟਿਵ ਕੀ ਹੋ ਗਏ, ਰਿਵਰਸ ਬਾਇਸ ਹੋ ਗਏ। ਰਿਵਰਸ ਬਾਇਸ ਦੇ ਵਿੱਚ ਅਸੀਂ ਜਾਣਦੇ ਹਾਂ ਵੀ ਜਿਹੜਾ ਸਾਡਾ ਡਾਇਓਡ ਹੈ ਇਹ RB ਮੈਂ ਲਿਖਿਆ ਵੀ ਹੋਇਆ ਇੱਥੇ। ਰਿਵਰਸ ਬਾਇਸ ਦੇ ਵਿੱਚ ਦਾ ਭਾਵ ਕੀ ਹੋ ਗਿਆ ਵੀ ਜਿਹੜਾ ਸਾਡਾ ਡਾਇਓਡ ਹੈ ਉਹ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਸਰਕਟ ਵਿੱਚ ਰਜਿਸਟੈਂਸ 0 ਹੁੰਦਾ ਹੈ ਅਤੇ ਆਊਟਪੁੱਟ ਵੋਲਟੇਜ 0 ਹੁੰਦੀ ਹੈ। ਜਦੋਂ ਓਪਨ ਸਰਕਟ ਰਹਿ ਗਿਆ ਤਾਂ ਇੱਧਰ ਰਜਿਸਟੈਂਸ ਤੱਕ ਸਪਲਾਈ ਨੇ ਪਹੁੰਚਣਾ ਹੀ ਨਹੀਂ ਹੈਗਾ। ਇਸ ਕਰਕੇ ਜੋ ਸਾਨੂੰ ਆਊਟਪੁੱਟ ਦੇ ਉੱਪਰ ਸਪਲਾਈ ਪ੍ਰਾਪਤ ਨਹੀਂ ਹੁੰਦੀ ਅਤੇ ਸਾਨੂੰ ਵੇਵਫਾਰਮ ਹੈ ਜੋ ਸਾਡੀ ਕਲਿੱਪ ਹੋ ਜਾਂਦੀ ਹੈ। ਕਲਿੱਪ ਕਾਰਨ ਸਾਨੂੰ ਆਊਟਪੁੱਟ ਅਤੇ ਵੇਵਫਾਰਮ ਹੈ ਜੋ ਪ੍ਰਾਪਤ ਨਹੀਂ ਹੁੰਦੀ। ਅੱਗੇ ਆ ਜਾਂਦਾ ਨੈਗੇਟਿਵ ਸ਼ੰਟ ਕਲਿੱਪਰ। ਨੈਗੇਟਿਵ ਸ਼ੰਟ ਕਲਿੱਪਰ ਵਿੱਚ ਡਾਇਓਡ ਨੂੰ ਪੈਰਲਲ ਵਿੱਚ ਲਗਾਇਆ ਜਾਂਦਾ ਹੈ। ਹੁਣ ਇਹ ਆਪਣਾ ਸ਼ੰਟ ਕਲਿੱਪਰ ਆ ਗਿਆ, ਇਹਦੇ ਵਿੱਚ ਆਪਾਂ ਰਜਿਸਟੈਂਸ ਜੋ ਹੈ ਉਹ ਸੀਰੀਜ਼ 'ਚ ਹੋ ਗਈ ਅਤੇ ਜਿਹੜਾ ਸਾਡਾ ਡਾਇਓਡ ਹੈਗਾ, ਡਾਇਓਡ ਆਪਣਾ ਕੀ ਬਣ ਗਿਆ, ਪੋਜੀਸ਼ਨ ਚੇਂਜ ਕਰਕੇ ਪੈਰਲਲ ਦੇ ਵਿੱਚ ਲਗਾ ਲਿਆ ਸੀ। ਪਹਿਲਾਂ ਜੋ ਆਪਾਂ ਸ਼ੰਟ ਦੇ ਵਿੱਚ ਲਗਾਇਆ ਸੀ ਡਾਇਓਡ, ਉਹਦਾ ਪੋਜ਼ਿਟਿਵ ਸਿਰਾ ਆਪਾਂ ਉੱਪਰਲੀ ਸਾਈਡ ਰੱਖਿਆ ਹੋਇਆ ਸੀ। ਇਹਦੇ ਵਿੱਚ ਹੁਣ ਆਪਾਂ ਡਾਇਓਡ ਦੀ ਪੋਜੀਸ਼ਨ ਚੇਂਜ ਕਰਤੀ ਪੈਰਲਲ ਦੇ ਵਿੱਚ। ਪੈਰਲਲ ਦੇ ਵਿੱਚ ਉੱਪਰੀ ਸਾਈਡ ਆਪਣੇ ਕੋਲ ਨੈਗੇਟਿਵ ਸਾਈਕਲ ਆ ਗਿਆ, ਨੀਚੇ ਵਾਲੀ ਸਾਈਡ 'ਤੇ ਪੋਜ਼ਿਟਿਵ ਸਾਈਕਲ ਆ ਗਿਆ, ਪੋਜ਼ਿਟਿਵ ਟਰਮੀਨਲ ਆ ਗਿਆ। ਹੁਣ ਆਪਾਂ ਇਹਨੂੰ ਕੀ ਬੋਲਾਂਗੇ, ਨੈਗੇਟਿਵ ਸ਼ੰਟ ਕਲਿੱਪਰ ਵਿੱਚ ਡਾਇਓਡ ਨੂੰ ਪੈਰਲਲ ਵਿੱਚ ਲਗਾਇਆ ਜਾਂਦਾ ਹੈ ਜਦੋਂ ਸਾਈਨ ਵੇਵ ਦੀ ਪੋਜ਼ਿਟਿਵ ਹਾਫ ਸਪਲਾਈ ਦਿੱਤੀ ਜਾਂਦੀ ਹੈ। ਇਹ ਆਪਾਂ ਇਨਪੁੱਟ ਪੋਜ਼ਿਟਿਵ ਸਪਲਾਈ ਦੇ ਰਹੇ ਹਾਂ ਹੁਣ ਆਪਾਂ ਇਸ ਵਾਰ ਇਹਨੂੰ। ਤਾਂ ਡਾਇਓਡ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਹੜਾ ਸਾਡਾ ਇਹ ਸਰਕਟ ਹੈਗਾ ਇੱਥੇ ਡਾਇਓਡ ਨੇ ਕੀ ਕੰਮ ਕਰਨਾ, ਓਪਨ ਸਰਕਟ ਦੀ ਤਰ੍ਹਾਂ ਕੰਮ ਕਰਨਾ। ਜਦੋਂ ਆਪਾਂ ਇੱਧਰੋਂ ਸਪਲਾਈ ਦੇਵਾਂਗੇ ਤਾਂ ਸਾਨੂੰ ਜਿਹੜੀ ਸਪਲਾਈ ਹੈ ਇੱਥੋਂ ਪੋਜ਼ਿਟਿਵ ਤੋਂ ਹੁੰਦੀ ਹੋਈ ਸਿੱਧੀ ਸਾਨੂੰ ਆਊਟਪੁੱਟ ਦੇ ਉੱਪਰ ਮਿਲ ਜਾਣੀ ਹੈ ਅਤੇ ਵੋਲਟੇਜ ਆਊਟ ਹੈ ਜੋ ਸਾਡੀ ਉਹ ਵੋਲਟੇਜ ਇਨ ਦੇ ਬਰਾਬਰ ਪ੍ਰਾਪਤ ਹੋਵੇਗੀ। ਜੋ ਅਸੀਂ ਹਾਫ ਸਾਈਕਲ ਪੋਜ਼ਿਟਿਵ ਦਿੱਤਾ ਸਾਨੂੰ ਆਊਟਪੁੱਟ ਦੇ ਉੱਪਰ ਵੀ ਪੋਜ਼ਿਟਿਵ ਹਾਫ ਸਾਈਕਲ ਪ੍ਰਾਪਤ ਹੋ ਜਾਵੇਗਾ। ਅੱਗੇ ਆ ਜਾਂਦਾ ਸਟੂਡੈਂਟਸ, ਆਪਾਂ ਜੋ ਹੁਣ ਇਹਨੂੰ ਨੈਗੇਟਿਵ ਹਾਫ ਸਾਈਕਲ ਸਪਲਾਈ ਦੇਣੀ ਆਪਾਂ, ਇਹ ਆਪਣੀ ਨੈਗੇਟਿਵ ਹਾਫ ਸਪਲਾਈ ਦੇਵਾਂਗੇ ਆਪਾਂ। ਇਹਦੀ ਡੈਫੀਨੇਸ਼ਨ ਕੀ ਹੈਗੀ, ਨੈਗੇਟਿਵ ਸ਼ੰਟ ਕਲਿੱਪਰ ਵਿੱਚ ਡਾਇਓਡ ਨੂੰ ਪੈਰਲਲ ਵਿੱਚ ਲਗਾਇਆ ਜਾਂਦਾ ਹੈ। ਡਾਇਓਡ ਉਸੇ ਤਰ੍ਹਾਂ ਪੈਰਲਲ ਦੇ ਵਿੱਚ ਲੱਗਿਆ ਹੋਇਆ, ਕੋਈ ਪੋਜੀਸ਼ਨ ਨਹੀਂ ਚੇਂਜ ਕਰੀ ਇਹਦੀ। ਜਦੋਂ ਸਾਈਨ ਵੇਵ ਦੀ ਨੈਗੇਟਿਵ ਹਾਫ ਸਪਲਾਈ ਦਿੱਤੀ ਜਾਂਦੀ ਹੈ, ਹੁਣ ਆਪਾਂ ਜਦੋਂ ਨੈਗੇਟਿਵ ਸਪਲਾਈ ਦੇਵਾਂਗੇ ਤਾਂ ਸਾਡੇ ਟਰਮੀਨਲ ਚੇਂਜ ਹੋ ਗਏ ਪਹਿਲਾਂ ਨਾਲੋਂ। ਪਹਿਲਾਂ ਸਾਡਾ ਪੋਜ਼ਿਟਿਵ ਸਿਰਾ ਉੱਪਰ ਰੱਖਿਆ ਹੋਇਆ ਸੀ, ਨੈਗੇਟਿਵ ਨੀਚੇ ਸੀ, ਹੁਣ ਨੈਗੇਟਿਵ ਉੱਪਰ ਹੋ ਗਿਆ, ਪੋਜ਼ਿਟਿਵ ਆਪਣਾ ਪੋਜ਼ਿਟਿਵ ਟਰਮੀਨਲ ਨੀਚੇ ਆ ਗਿਆ। ਅਤੇ ਜਿਹੜਾ ਸਾਡਾ ਡਾਇਓਡ ਹੈਗਾ, ਡਾਇਓਡ ਦੀ ਪੋਜੀਸ਼ਨ ਨਹੀਂ ਆਪਾਂ ਚੇਂਜ ਕਰੀ, ਡਾਇਓਡ ਦੀ ਪੋਜੀਸ਼ਨ ਉਹੀ ਰਹੀ ਹੈ। ਨੈਗੇਟਿਵ ਨਾਲ ਨੈਗੇਟਿਵ ਹੁਣ ਕੀ ਹੋ ਗਿਆ, ਇਹ ਫਾਰਵਰਡ ਬਾਇਸ ਦੇ ਵਿੱਚ ਹੋ ਗਿਆ, ਪੋਜ਼ਿਟਿਵ ਨਾਲ ਪੋਜ਼ਿਟਿਵ ਲੱਗ ਗਿਆ, ਇਹ ਹੋ ਗਿਆ ਫਾਰਵਰਡ ਬਾਇਸ ਦੇ ਵਿੱਚ। ਤਾਂ ਜਿਹੜਾ ਸਾਡਾ ਜਦੋਂ ਡਾਇਓਡ ਫਾਰਵਰਡ ਬਾਇਸ ਦੇ ਵਿੱਚ ਰੱਖਾਂਗੇ ਤਾਂ ਸਾਡਾ ਜਿਹੜਾ ਡਾਇਓਡ ਆ ਉਹ ਇੱਕ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਸਰਕਟ 'ਚ ਰਜਿਸਟੈਂਸ 0 ਹੁੰਦਾ ਹੈ ਅਤੇ ਆਊਟਪੁੱਟ ਵੋਲਟੇਜ 0 ਹੁੰਦੀ ਹੈ।
ਸਾਨੂੰ ਆਊਟਪੁੱਟ ਸਾਈਨ ਵੇਵ ਦਾ ਨੈਗੇਟਿਵ ਸਾਈਕਲ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਜਿਹੜੀ ਸਾਡੀ ਜਦੋਂ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰੂਗਾ ਤਾਂ ਸਾਨੂੰ ਆਊਟ ਜਿਹੜੀ ਸਾਡੀ ਵੋਲਟੇਜ ਹੈ ਉਹ ਸਾਨੂੰ ਸਾਈਨ ਵੇਵ ਪ੍ਰਾਪਤ ਨਹੀਂ ਹੋਵੇਗੀ, ਉਹ ਸਾਡੀ ਜੋ ਸਾਈਨ ਵੇਵ ਹੈ ਕਲਿੱਪ ਕਰ ਜਾਵੇਗੀ, ਸਾਨੂੰ ਨੈਗੇਟਿਵ ਹਾਫ ਸਾਈਕਲ ਪ੍ਰਾਪਤ ਨਹੀਂ ਹੁੰਦਾ। ਅੱਗੇ ਸਟੂਡੈਂਟਸ ਆ ਜਾਂਦੇ ਨੇ ਕੰਬੀਨੇਸ਼ਨ ਕਲਿੱਪਰ। ਇਸੇ ਤਰ੍ਹਾਂ ਕੰਬੀਨੇਸ਼ਨ ਕਲਿੱਪਰ ਦੇ ਵਿੱਚ ਆਪਾਂ ਇਸ ਦੇ ਵਿੱਚ ਇੱਕ ਬੈਟਰੀ ਸੋਰਸ ਲਗਾ ਕੇ ਇਹਦੀ ਬਾਇਸਿੰਗ ਕੀਤੀ ਹੁੰਦੀ ਹੈਗੀ। ਕੰਬੀਨੇਸ਼ਨ ਦੇ ਵਿੱਚ ਆਪਾਂ 2 ਡਾਇਓਡ ਲਗਾ ਲੈਂਦੇ ਆਂਗੇ, ਇਸ ਕਰਕੇ ਇਹਨੂੰ ਕੰਬੀਨੇਸ਼ਨ ਕਹਿ ਦਿੰਦੇ ਆ। ਇਹਦੀ ਮੈਂ ਜੋ ਡੈਫੀਨੇਸ਼ਨ ਲਿਖੀ ਹੈ, ਕੰਬੀਨੇਸ਼ਨ ਕਲਿੱਪਰ ਵਿੱਚ ਬਾਇਸਡ ਪੋਜ਼ਿਟਿਵ ਕਲਿੱਪਰ ਅਤੇ ਬਾਇਸਡ ਨੈਗੇਟਿਵ ਕਲਿੱਪਰ ਨੂੰ ਜੋੜਿਆ ਜਾਂਦਾ ਹੈ। ਇਸ ਕਰਕੇ ਇਸ ਨੂੰ ਕੰਬੀਨੇਸ਼ਨ ਕਲਿੱਪਰ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਇੱਕ ਸੋਰਸ ਵੋਲਟੇਜ ਦਾ ਲਗਾਇਆ ਹੁੰਦਾ, ਨਾਲ ਪਹਿਲਾਂ ਹੀ ਬਾਇਸਿੰਗ ਕਰੀ ਹੁੰਦੀ ਹੈ ਆਪਾਂ ਡਾਇਓਡ ਦੀ, ਇਸ ਕਰਕੇ ਇਹਨੂੰ ਬਾਇਸਡ ਕਹਿ ਦਿੰਦੇ ਆਪਾਂ। ਇਸ ਵਿੱਚ ਜੋ ਸਾਈਨ ਵੇਵ ਇਨਪੁੱਟ ਉੱਪਰ ਦਿੱਤੀ ਜਾਂਦੀ ਹੈ ਉਸ ਦਾ ਆਊਟਪੁੱਟ 'ਤੇ ਕੁਝ ਭਾਗ ਹੈ ਜੋ ਕਲਿੱਪ ਹੋ ਜਾਂਦਾ ਹੈ, ਭਾਵ ਕੱਟ ਜਾਂਦਾ ਹੈ। ਜੋ ਸਾਨੂੰ ਆਊਟਪੁੱਟ 'ਤੇ ਸਾਈਨ ਵੇਵ ਪਹਿਲਾਂ ਆਪਾਂ ਜੋ ਕਲਿੱਪਰ ਸਰਕਟ ਦੇ ਵਿੱਚ ਆਈ ਸੀ ਉਹਦੇ ਵਿੱਚ ਤਾਂ ਪੂਰੀ ਵੇਵ ਸੀ ਜਿਹੜੀ ਸਾਡੀ ਹਾਫ ਸਾਈਕਲ ਹੀ ਕਲਿੱਪ ਹੋ ਜਾਂਦਾ ਸੀਗਾ, ਕੱਟ ਜਾਂਦਾ ਸੀ। ਇਹਦੇ ਵਿੱਚ ਆਪਾਂ ਨੂੰ ਹਾਫ ਸਾਈਕਲ ਦੇ ਨੈਗੇਟਿਵ ਅਤੇ ਪੋਜ਼ਿਟਿਵ ਤੇ ਦੋਨਾਂ 'ਤੇ ਪ੍ਰਾਪਤ ਤਾਂ ਹੋਊਗਾ, ਪਰ ਉਹਦਾ ਕੁਝ ਕੁ ਹਿੱਸਾ ਵੇਵ ਫਾਰਮ ਦਾ ਕੱਟ ਹੋ ਜਾਂਦਾ, ਕਲਿੱਪ ਹੋ ਜਾਂਦਾ ਗਾ। ਠੀਕ ਹੈ। ਇਸ ਵਿੱਚ ਐਡੀਸ਼ਨਲ ਵੋਲਟੇਜ ਸੋਰਸ ਵੀ ਜੋੜੇ ਹੁੰਦੇ ਹਨ, ਇਹਨਾਂ ਨੂੰ ਵੋਲਟੇਜ ਰੈਫਰੈਂਸ ਵੀ ਆਪਾਂ ਕਹਿ ਦਿੰਦੇ ਹਾਂ। ਇਸ ਸਰਕਟ ਵਿੱਚ 2 ਡਾਇਓਡ ਅਤੇ 2 ਰੈਜ਼ਿਸਟੈਂਸ ਜੁੜੇ ਹੁੰਦੇ ਹਨ। ਹੁਣ ਆਪਾਂ ਇਹਦੀ ਵਰਕਿੰਗ ਬਾਰੇ ਅੱਗੇ ਪੜ੍ਹਾਂਗੇ। ਪਹਿਲਾਂ ਮੈਂ ਤੁਹਾਨੂੰ ਇਹਦਾ ਸਰਕਟ ਡਾਇਗਰਾਮ ਦਿਖਾ ਰਿਹਾ ਤੁਹਾਨੂੰ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਹ ਆਪਣੀ ਸਾਈਨ ਵੇਵ ਆ, ਇਹ ਸਾਈਨ ਵੇਵ ਹੈ। ਇਹਦੇ ਵਿੱਚ ਆਪਾਂ ਜੋ ਸਾਈਨ ਵੇਵ ਦੇ ਵਿੱਚ ਇਹ ਆਪਣੇ ਕੋਲੇ ਪੋਜ਼ਿਟਿਵ ਹਾਫ ਸਾਈਕਲ ਹੈ ਜੋ ਮੈਂ ਰੈੱਡ ਨਾਲ ਸ਼ੋਅ ਕੀਤਾ ਹੋਇਆ, ਅਤੇ ਬਲੂ ਨਾਲ ਨੈਗੇਟਿਵ ਹਾਫ ਸਾਈਕਲ ਸ਼ੋਅ ਕੀਤਾ ਹੋਇਆ, ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਜੇ ਵੀ ਪੋਜ਼ਿਟਿਵ ਵੇਲੇ ਆਪਾਂ ਰੈੱਡ ਦੇ ਨਾਲ ਮੈਂ ਇਹਨੂੰ ਬਣਾ ਲਿਆ ਵੀ ਪੋਜ਼ਿਟਿਵ ਹਾਫ ਸਾਈਕਲ ਹੈ, ਨੈਗੇਟਿਵ ਨੂੰ ਬਲੂ ਨਾਲ ਬਣਾ ਲਿਆ, ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਨਾ ਲੱਗੇ। ਸਭ ਤੋਂ ਪਹਿਲਾਂ ਆਪਾਂ ਸਰਕਟ, ਇਹ ਆਪਣੇ ਕੋਲ ਸਰਕਟ ਬਣਿਆ ਹੋਇਆ, ਸਰਕਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੋਜ਼ਿਟਿਵ ਹਾਫ ਸਾਈਕਲ ਸਪਲਾਈ ਦੇਵਾਂਗੇ। BM ਦਾ ਭਾਵ ਹੈਗੀ ਆ ਵੋਲਟੇਜ ਮੈਕਸੀਮਮ, ਜਿੰਨੀ ਸਾਡੀ ਵੱਧ ਤੋਂ ਵੱਧ ਪੀਕ ਸਾਈਕਲ ਜਾ ਸਕਦਾ ਗਾ। T/2 ਦਾ ਟਾਈਮ ਸਾਡਾ ਹਾਫ ਟਾਈਮ ਹੈ ਇੱਥੇ ਸਾਈਨ ਵੇਵ ਦਾ। ਇੱਥੇ ਜਦੋਂ ਸਾਈਨ ਵੇਵ ਪੂਰੀ ਹੋ ਜਾਂਦੀ ਹੈ ਤਾਂ ਟਾਈਮ ਸਾਡਾ ਫੁੱਲ ਹੋ ਜਾਂਦਾ ਗਾ, ਇਸ ਕਰਕੇ T/2 ਲਿਖਿਆ ਹੋਇਆ ਜਾਂ T/2 ਲਿਖਿਆ ਹੋਇਆ। ਠੀਕ ਹੈ। BI ਦਾ ਭਾਵ ਹੈਗਾ ਵੋਲਟੇਜ ਇਨ। ਹੁਣ ਇਹਦੇ ਵਿੱਚ ਆਪਣੇ ਕੋਲੇ 2 ਡਾਇਓਡ ਲੱਗੇ ਹੋਏ ਨੇ, ਦੋਨੋਂ ਡਾਇਓਡ ਹੈ ਜਿਹੜੇ ਉਹ ਅਸੀਂ ਬੈਟਰੀਆਂ ਦੇ ਨਾਲ ਅਟੈਚ ਕੀਤੇ ਹੋਏ ਨੇ। ਇਹ ਬੈਟਰੀ ਦੇ ਨਾਲ ਇਹਦਾ ਨੈਗੇਟਿਵ ਟਰਮੀਨਲ ਲੱਗਿਆ ਹੋਇਆ, ਰਿਵਰਸ ਵਾਇਸ ਹੋ ਗਿਆ ਇਹ। ਇੱਧਰੋਂ ਇਹਦਾ ਪੋਜ਼ਿਟਿਵ ਨਾਲ ਨੈਗੇਟਿਵ ਹੈ, ਇਹ ਵੀ ਬੈਟਰੀ ਦਾ ਰਿਵਰਸ ਵਾਇਸ ਹੋ ਗਿਆ। ਪਰ ਆਸ ਵਿੱਚ ਜੋ ਅਸੀਂ ਇਨਪੁੱਟ ਸਪਲਾਈ ਦੇਵਾਂਗੇ ਉਹਦੇ ਇੱਕ ਫਾਰਵਰਡ ਵਾਇਸ ਦੇ ਵਿੱਚ ਲੱਗਿਆ ਹੋਇਆ ਹੈਗਾ, ਇੱਕ ਰਿਵਰਸ ਵਾਇਸ ਦੇ ਵਿੱਚ ਲੱਗਿਆ ਹੋਇਆ, ਜੋ ਸਾਡੀ ਇਨਪੁੱਟ ਸਪਲਾਈ ਹੈ। ਹੁਣ ਜਦੋਂ ਆਪਾਂ ਇਨਪੁੱਟ ਸਪਲਾਈ ਦਾ ਪੋਜ਼ਿਟਿਵ ਹਾਫ ਸਾਈਕਲ ਦਿੰਦੇ ਹਾਂ ਤਾਂ ਜੋ ਸਾਡੀ ਸਪਲਾਈ ਹੈ ਆਰ ਰਾਹੀਂ ਹੋ ਕੇ ਡਾਇਓਡ D1 ਤੱਕ ਪਹੁੰਚ ਜਾਂਦੀ ਹੈ। ਕਿਉਂਕਿ ਇਹ ਫਾਰਵਰਡ ਵਾਇਸ ਦੇ ਵਿੱਚ ਹੈ ਤਾਂ ਇਹ ਜਿਹੜਾ ਡਾਇਓਡ ਆ ਸਾਡਾ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰੂਗਾ, ਪਰੰਤੂ ਜੋ D2 ਹੈ ਇਹ ਰਿਵਰਸ ਵਾਇਸ ਦੇ ਵਿੱਚ ਹੋਣ ਕਰਕੇ ਇਹ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਓਪਨ ਦਾ ਭਾਵ ਵੀ ਇੱਥੋਂ ਸਰਕਟ ਸਾਡਾ ਓਪਨ ਹੋ ਜਾਂਦਾ ਅਤੇ ਇਹਦੇ 'ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ। ਜੋ ਅਸੀਂ ਇਨਪੁੱਟ ਸਪਲਾਈ ਪੋਜ਼ਿਟਿਵ ਹਾਫ ਸਾਈਕਲ ਦੇਵਾਂਗੇ ਉਹਦਾ ਜੋ ਪ੍ਰਭਾਵ ਆ ਸਾਡਾ D1 ਤੱਕ ਪੈਂਦਾ ਹੈ। D1 ਤੱਕ ਜਦੋਂ ਸਾਡਾ ਇਹ ਇੱਥੇ ਆ ਕੇ ਕਰੰਟ ਰੁਕ ਜਾਣਾ ਗਾ, ਇਹ ਉਨਾ ਸਮਾਂ ਰੁਕਿਆ ਰਹੂਗਾ ਜਿੰਨਾ ਚਿਰ ਸਾਡੀ ਇਹ ਜੋ ਸੋਰਸ ਵੋਲਟੇਜ ਹੈ ਇਹਦੇ ਬਰਾਬਰ ਸਾਡੀ ਇਨਪੁੱਟ ਸਪਲਾਈ ਨਾ ਹੋਵੇ। ਜਦੋਂ ਇਹਨੂੰ ਐਕਸੀਡ ਕਰ ਗਈ, ਇਨਪੁੱਟ ਵੋਲਟੇਜ ਹੈ ਜੋ ਸਾਡੀ ਇਸ ਸੋਰਸ ਨੂੰ ਐਕਸੀਡ ਕਰ ਗਈ, ਇਹ ਤੋਂ ਵੱਧ ਗਈ, ਤਾਂ ਜੋ ਇਹ ਆਪਣਾ ਡਾਇਓਡ ਹੈ ਇਹ ਕਰੰਟ ਨੂੰ ਕੰਡਕਟ ਕਰਨ ਲੱਗ ਜਾਏਗਾ ਅਤੇ ਸਾਡਾ ਜੋ ਕਰੰਟ ਹੈ ਇੱਧਰੋਂ ਫਲੋ ਹੋਣਾ ਸ਼ੁਰੂ ਹੋ ਜਾਏਗਾ ਅਤੇ ਸਾਨੂੰ ਇਹ ਜੋ ਪੋਜ਼ਿਟਿਵ ਹਾਫ ਸਾਈਕਲ ਸਾਡਾ ਬਣਦਾ ਸੀ ਉਹ ਥੋੜ੍ਹੀ ਜਿਹੀ ਸਾਡੀ ਵੇਵ ਸ਼ੇਪ ਹੈ ਜੋ ਕਲਿੱਪ ਹੋ ਜਾਏਗੀ। ਜਿੰਨਾ ਚਿਰ ਤਾਂ ਆਪਣਾ D1 ਦੇ ਉੱਪਰ ਸਟੇ ਕਰੂਗਾ, ਕਰੰਟ ਰੁਕੂਗਾ ਥੋੜ੍ਹਾ ਜਿਹਾ, ਉਨਾ ਚਿਰ ਤਾਂ ਸਾਨੂੰ ਆਊਟਪੁੱਟ ਦੇ ਉੱਪਰ ਵੇਵ ਫਾਰਮ ਪ੍ਰਾਪਤ ਹੋਵੇਗੀ। ਜਦੋਂ ਸਾਡਾ ਆਪਣੀ ਇਨਪੁੱਟ ਵੋਲਟੇਜ ਹੈ ਜੋ ਸੋਰਸ ਦੀ ਵੋਲਟੇਜ ਦੇ ਉੱਪਰੋਂ ਐਕਸੀਡ ਕਰ ਗਈ, ਵੱਧ ਗਈ, ਤਾਂ ਜੋ ਸਾਡਾ ਇਹ ਡਾਇਓਡ ਹੈ ਇਹਦੇ ਵਿੱਚ ਦੀ ਕਰੰਟ ਫਲੋ ਹੋ ਕੇ ਸਿੱਧਾ ਨੈਗੇਟਿਵ ਟਰਮੀਨਲ 'ਤੇ ਪਹੁੰਚ ਜਾਏਗਾ ਅਤੇ ਸਾਡੀ ਜੋ RL ਹੈ ਇਹਦੇ ਵੋਲਟੇਜ ਆਊਟ ਹੈ, ਇੱਥੇ ਸਾਨੂੰ ਵੋਲਟੇਜ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਜੋ ਥੋੜ੍ਹਾ ਜਿਹਾ ਸਾਈਕਲ ਹੈਗਾ ਸਾਡਾ ਪੀਕ ਸਾਈਕਲ ਜੋ ਜਾਣੀ ਸੀਗੀ ਇਹ ਆਪਣੀ ਪੀਕ ਪੋਜੀਸ਼ਨ ਦੇ ਵਿੱਚ, ਉਹ ਜੋ ਸਾਡਾ ਸਾਈਕਲ ਹੈ ਉਹ ਕਲਿੱਪ ਹੋ ਗਿਆ। ਇਸੇ ਤਰ੍ਹਾਂ ਸਟੂਡੈਂਟਸ ਜਦੋਂ ਅਸੀਂ ਨੈਗੇਟਿਵ ਹਾਫ ਸਾਈਕਲ ਦਿੰਦੇ ਹਾਂ ਇਹਨੂੰ
ਨੈਗੇਟਿਵ ਹਾਫ ਸਾਈਕਲ ਦੇ ਸਮੇਂ ਇਹ ਮੈਂ ਨੈਗੇਟਿਵ ਹਾਫ ਸਾਈਕਲ ਦਾ ਇਨਪੁੱਟ ਸਪਲਾਈ ਦਿੱਤੀ ਹੈ ਇਹਦੇ ਵਿੱਚ ਹੁਣ ਆਪਾਂ ਕੀ ਕੀਤਾ ਗਾ, ਸਪਲਾਈ ਚੇਂਜ ਹੋ ਗਈ। ਹੁਣ ਆਪਣੀ ਉੱਪਰ ਨੈਗੇਟਿਵ ਆ ਗਈ, ਨੀਚੇ ਪੋਜ਼ੀਟਿਵ ਆ ਗਈ। ਹੁਣ ਇਸ ਪੋਜ਼ੀਟਿਵ ਦੇ ਵਿੱਚ ਜੋ ਸਾਡੀ ਸਪਲਾਈ ਚੱਲਣੀ ਹੈਗੀ ਉਹ D1 ਦੇ ਰਾਹੀਂ ਨਹੀਂ ਚੱਲ ਰਹੀ, ਕਿਉਂਕਿ D1 ਹੈ ਜੋ ਸਾਡਾ ਉਹ ਰਿਵਰਸ ਵਾਇਸ ਦੇ ਵਿੱਚ ਹੋ ਗਿਆ ਇਸ ਸਪਲਾਈ ਦੇ। ਠੀਕ ਹੈ, ਅਤੇ ਜੋ ਸਾਡਾ ਇਹ ਵਾਲਾ ਡਾਇਓਡ ਹੈ ਉਹ ਹੈਗਾ ਸਾਡਾ ਫਾਰਵਰਡ ਵਾਇਸ ਦੇ ਵਿੱਚ। ਅਤੇ ਜੋ D1 ਹੈ ਉਹਨੇ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਨਾ, ਰਿਵਰਸ ਵਾਇਸ ਦੇ ਵਿੱਚ ਲੱਗਿਆ ਹੋਣ ਕਰਕੇ, ਕਿਉਂਕਿ ਇਨਪੁੱਟ ਸਪਲਾਈ ਦੇ ਇਹ ਰਿਵਰਸ ਵਾਇਸ ਦੇ ਵਿੱਚ ਲੱਗਿਆ ਹੋਇਆ, ਨੈਗੇਟਿਵ ਨਾਲ ਪੋਜ਼ੀਟਿਵ ਟਰਮੀਨਲ ਆ ਗਿਆ। ਠੀਕ ਹੈ, ਇਹ ਸਾਡਾ ਜੋ D1 ਹੈ ਇਹ ਕੀ ਹੋ ਗਿਆ, ਰਿਵਰਸ ਵਾਇਸ। ਰਿਵਰਸ ਵਾਇਸ ਦੇ ਵਿੱਚ ਅਸੀਂ ਜਾਣਦੇ ਹਾਂ ਵੀ ਡਾਇਓਡ ਸਾਡਾ ਇੱਕ ਓਪਨ ਸਰਕਟ ਦੀ ਤਰ੍ਹਾਂ ਕੰਮ ਕਰਦਾ, ਇਸ ਕਰਕੇ ਜੋ ਸਾਡਾ ਕਰੰਟ ਦਾ ਫਲੋ ਹੈ ਉਹ D2 ਤੱਕ ਚੱਲੇਗਾ। D2 ਤੱਕ ਓਨਾ ਸਮਾਂ ਰਹੇਗਾ ਜਿੰਨਾ ਚਿਰ ਸਾਨੂੰ ਇਹ ਸਾਈਨ ਵੇਵ ਮਿਲ ਗਈ। ਜਦੋਂ ਸਾਡੀ ਇਹ ਸਪਲਾਈ ਜੋ ਸੋਰਸ ਲੱਗਿਆ ਹੋਇਆ ਹੈਗਾ, ਜਦੋਂ ਸਾਡੀ ਇਨਪੁੱਟ ਸਪਲਾਈ ਇਸ ਵੋਲਟੇਜ ਸੋਰਸ ਨੂੰ ਐਕਸੀਡ ਕਰ ਗਈ ਤਾਂ ਜੋ ਸਾਡਾ ਕਰੰਟ ਦਾ ਫਲੋ ਹੈ ਡਾਇਓਡ ਵਿੱਚ ਦੀ ਕ੍ਰਾਸ ਹੋ ਕੇ ਨੈਗੇਟਿਵ ਟਰਮੀਨਲ 'ਤੇ ਚਲਾ ਜਾਏਗਾ, ਅਤੇ ਸਾਨੂੰ ਜੋ ਉਹਦੀ ਪੀਕ ਵੋਲਟ ਆਪਣੀ ਮਿਲਣਾ ਸੀ ਸਾਈਕਲ ਨੈਗੇਟਿਵ ਸਾਈਕਲ ਦਾ, ਉਹ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਜੋ ਵੇਵ ਹੈ ਉਹ ਦੋਨਾਂ ਪੋਜ਼ੀਟਿਵ ਅਤੇ ਹਾਫ ਸਾਈਕਲ ਦੇ ਸਮੇਂ ਥੋੜ੍ਹੀ ਥੋੜ੍ਹੀ ਕਲਿੱਪ ਹੋ ਜਾਣੀ ਹੈ। ਇਸ ਨੂੰ ਅਸੀਂ ਇਹਦੀ ਮੈਂ ਵਰਕਿੰਗ ਵੀ ਲਿਖੀ ਹੋਈ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਮੈਂ ਸਾਰੀ ਇਹਦੀ ਜੋ ਡੈਫੀਨੇਸ਼ਨ ਤੁਹਾਨੂੰ ਹੁਣ ਮੈਂ ਬੋਲ ਕੇ ਦੱਸੀ ਹੈ ਉਹ ਮੈਂ ਤੁਹਾਨੂੰ ਲਿਖੀ ਵੀ ਹੋਈ ਹੈ, ਇੱਕ ਵਾਰੀ ਆਪਾਂ ਉਹ ਵੀ ਪੜ੍ਹ ਲੈਂਦੇ ਹਾਂ। ਪੋਜ਼ੀਟਿਵ ਹਾਫ ਸਾਈਕਲ ਦੇ ਸਮੇਂ ਕੀ ਹੁੰਦਾ ਗਾ, ਜਦੋਂ ਇਨਪੁੱਟ ਸਾਈਨ ਵੇਵ ਦਾ ਪੋਜ਼ੀਟਿਵ ਹਾਫ ਸਾਈਕਲ ਹੁੰਦਾ ਹੈ ਤਾਂ ਡਾਇਓਡ D1 ਫਾਰਵਰਡ ਵਾਇਸ ਭਾਵ ਸ਼ਾਰਟ ਸਰਕਟ ਵਿੱਚ ਹੁੰਦਾ ਹੈ ਅਤੇ D2 ਰਿਵਰਸ ਵਾਇਸ ਭਾਵ ਓਪਨ ਸਰਕਟ ਵਿੱਚ ਹੁੰਦਾ ਹੈ। ਜਿੰਨਾ ਚਿਰ ਇਨਪੁੱਟ ਵੋਲਟੇਜ ਸਰਕਟ ਵਿੱਚ ਲੱਗੇ ਵੋਲਟੇਜ ਸੋਰਸ ਤੋਂ ਘੱਟ ਰਹਿੰਦੀ ਹੈ ਜਾਂ ਬਰਾਬਰ ਰਹਿੰਦੀ ਹੈ ਤਾਂ ਸਾਨੂੰ ਆਉਟਪੁੱਟ 'ਤੇ ਵੇਵਫਾਰਮ ਮਿਲਦੀ ਹੈ। ਜਦੋਂ ਇਨਪੁੱਟ ਵੋਲਟੇਜ ਸਰਕਟ ਵਿੱਚ ਲੱਗੇ ਵੋਲਟੇਜ ਸੋਰਸ ਤੋਂ ਵੱਧ ਜਾਂਦੀ ਹੈ ਭਾਵ ਐਕਸੀਡ ਕਰ ਜਾਂਦੀ ਹੈ ਉਸ ਨੂੰ, ਤਾਂ ਡਾਇਓਡ ਕਰੰਟ ਨੂੰ ਕੰਡਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਾਨੂੰ ਆਉਟਪੁੱਟ 'ਤੇ ਵੇਵਫਾਰਮ ਪ੍ਰਾਪਤ ਨਹੀਂ ਹੁੰਦੀ। ਅਤੇ ਜੋ ਸਾਡੀ ਸਾਈਨ ਵੇਵ ਦਾ ਜੋ ਉੱਪਰਲਾ ਸਿਰਾ ਸੀ, ਪੀਕ ਸਿਰਾ ਕਹਿੰਦੇ ਜਿਹਨੂੰ ਆਪਾਂ, ਉਹ ਸਾਡਾ ਕਲਿੱਪ ਹੋ ਜਾਂਦਾ। ਇਸੇ ਤਰ੍ਹਾਂ ਨੈਗੇਟਿਵ ਹਾਫ ਸਾਈਕਲ ਦੇ ਸਮੇਂ ਜਦੋਂ ਇਨਪੁੱਟ ਸਾਈਨ ਵੇਵ ਦਾ ਨੈਗੇਟਿਵ ਹਾਫ ਸਾਈਕਲ ਹੁੰਦਾ ਹੈ ਤਾਂ ਡਾਇਓਡ D2 ਫਾਰਵਰਡ ਵਾਇਸ ਵਿੱਚ ਹੁੰਦਾ ਹੈ ਅਤੇ D1 ਰਿਵਰਸ ਵਾਇਸ ਭਾਵ ਓਪਨ ਸਰਕਟ ਵਿੱਚ ਹੁੰਦਾ ਹੈ। ਜਿੰਨਾ ਚਿਰ ਇਨਪੁੱਟ ਵੋਲਟੇਜ ਸਰਕਟ ਵਿੱਚ ਲੱਗੇ ਵੋਲਟੇਜ ਸੋਰਸ ਤੋਂ ਘੱਟ ਰਹਿੰਦੀ ਹੈ ਜਾਂ ਬਰਾਬਰ ਰਹਿੰਦੀ ਹੈ ਤਾਂ ਸਾਨੂੰ ਆਉਟਪੁੱਟ 'ਤੇ ਵੇਵਫਾਰਮ ਮਿਲਦੀ ਹੈ, ਅਤੇ ਜਦੋਂ ਇਨਪੁੱਟ ਵੋਲਟੇਜ ਸਰਕਟ ਵਿੱਚ ਲੱਗੇ ਵੋਲਟੇਜ ਸੋਰਸ ਤੋਂ ਵੱਧ ਜਾਂਦੀ ਹੈ ਤਾਂ ਡਾਇਓਡ ਕਰੰਟ ਨੂੰ ਕੰਡਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਾਨੂੰ ਆਉਟਪੁੱਟ 'ਤੇ ਵੇਵਫਾਰਮ ਪ੍ਰਾਪਤ ਨਹੀਂ ਹੁੰਦੀ, ਅਤੇ ਜੋ ਸਾਡੀ ਪੀਕ ਸਾਈਕਲ ਸੀਗਾ ਉਹ ਸਾਡਾ ਕੱਟ ਹੋ ਜਾਂਦਾ ਹੈ। ਇਹ ਜੋ ਆਪਣੀ ਆਉਟਪੁੱਟ ਵੋਲਟੇਜ ਹੈ ਇਹ ਵਾਲੀ, ਇਹਦੇ ਵਿੱਚ ਜੋ ਇਹ ਸਿੱਧੀ ਲਾਈਨ ਹੈ, ਇਹ ਸਿੱਧੀ ਲਾਈਨ ਉਨਾ ਚਿਰ ਰਹੂਗੀ ਜਿੰਨਾ ਚਿਰ ਜੋ ਸਰਕਟ ਦੇ ਵਿੱਚ ਸਾਡੀ ਇਹ ਵੋਲਟ ਸਪਲਾਈ ਲੱਗਿਆ ਹੋਇਆ, ਵੋਲਟੇਜ ਸੋਰਸ ਲੱਗਿਆ, ਜਿੰਨਾ ਚਿਰ ਸਾਡੀ ਇਨਪੁੱਟ ਜੋ ਸਪਲਾਈ ਹੈ ਇਹਦੇ ਬਰਾਬਰ ਰਹਿੰਦੀ ਹੈ ਤਾਂ ਸਾਡੀ ਜੋ ਇਹ ਆਪਣੀ ਇੱਥੋਂ ਸਾਈਨ ਵੇਵ ਹੈ ਇਹ ਸਿੱਧੀ ਹੋ ਜਾਂਦੀ ਹੈ। ਇਸ ਕਰਕੇ ਉੱਪਰੋਂ ਕਲਿੱਪ ਹੋ ਗਈ, ਇਹ ਸਿੱਧੀ ਸ਼ੋਅ ਹੁੰਦੀ ਹੈ ਇਸ ਦੇ ਵਿੱਚ ਵੀ ਅਤੇ ਨੈਗੇਟਿਵ ਸਾਈਕਲ ਦਾ ਹਾਫ ਸਾਈਕਲ ਦੇ ਸਮੇਂ ਵੀ। ਜੋ ਸਾਡਾ ਇਹ ਵੋਲਟੇਜ ਸੋਰਸ ਲੱਗਿਆ, ਜਿੰਨਾ ਚਿਰ ਸਾਡੀ ਇਨਪੁੱਟ ਸਪਲਾਈ ਇਸ ਵੋਲਟੇਜ ਦੇ ਬਰਾਬਰ ਹੋਊਗੀ ਉਹਨਾਂ ਚਿਰ ਇਹ ਬਰਾਬਰ ਦੀ ਇੱਥੇ ਇੱਕ ਆ ਰਹੀ ਹੈਗੀ ਆਪਣੇ ਕੋਲ ਲਾਈਨ, ਸਿੱਧੀ ਲਾਈਨ ਜਿਵੇਂ। ਜਦੋਂ ਐਕਸੀਡ ਕਰ ਗਈ ਨਾਲ ਦੀ ਨਾਲ ਸਾਡੀ ਜੋ ਇੱਕ ਆਪਣੀ ਸਾਈਨ ਵੇਵ ਬਣਨੀ ਸੀ ਹੋਰ ਅੱਗੇ, ਉਹ ਕਲਿੱਪ ਹੋ ਗਈ। ਇਸ ਨੂੰ ਅਸੀਂ ਕੰਬੀਨੇਸ਼ਨ ਕਲਿੱਪਰ ਸਰਕਟ ਕਹਿੰਦੇ ਹਾਂ। ਇਸ ਤੋਂ ਬਾਅਦ ਸਟੂਡੈਂਟਸ ਆ ਜਾਂਦਾ ਗਾ ਜੀਨਰ ਕਲਿੱਪਰ ਸਰਕਟ। ਜੀਨਰ ਕਲਿੱਪਰ ਸਰਕਟ ਦੇ ਵਿੱਚ ਇਹਦੇ ਨਾਮ ਤੋਂ ਹੀ ਜਿਵੇਂ ਆਪਾਂ ਨੂੰ ਪਤਾ ਲੱਗਦਾ, ਜੀਨਰ ਅਸੀਂ ਡਾਇਓਡ ਬਾਰੇ ਪੜ੍ਹਿਆ ਹੋਇਆ ਹੈਗਾ। ਜੀਨਰ ਡਾਇਓਡ ਫਾਰਵਰਡ ਰਿਵਰਸ ਦੋਨਾਂ ਦੇ ਵਿੱਚ ਕੰਮ ਕਰਦਾ ਹੈ। ਠੀਕ ਹੈ, ਫਾਰਵਰਡ ਵਾਇਸ ਦੇ ਵਿੱਚ ਵੀ ਕੰਮ ਕਰਦਾ ਉਹ, ਰਿਵਰਸ ਵਾਇਸ ਦੇ ਵਿੱਚ ਵੀ ਕੰਮ ਕਰਦਾ ਹੈਗਾ। ਉਹਦੇ ਇਹ ਆਪਾਂ ਹੁਣ ਕਲਿੱਪਰ ਸਰਕਟ ਹੈ ਜੀਨਰ ਡਾਇਓਡ ਲਗਾ ਕੇ ਬਣਾਇਆ, ਇਹਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਗਿਆ। ਆਓ ਆਪਾਂ ਇਹਦੀ ਡੈਫੀਨੇਸ਼ਨ ਬਾਰੇ ਪੜ੍ਹ ਲਈਏ। ਜੀਨਰ ਕਲਿੱਪਰ ਵਿੱਚ ਦੋ ਜੀਨਰ ਡਾਇਓਡ ਜੋੜੇ ਜਾਂਦੇ ਹਨ ਜਿਨ੍ਹਾਂ ਦੇ ਨੈਗੇਟਿਵ ਸਿਰੇ ਆਪਸ ਵਿੱਚ ਜੁੜੇ ਹੁੰਦੇ ਹਨ। ਇਹ ਮੈਂ ਸਰਕਟ ਦੀ ਨਾ ਡਾਇਗਰਾਮ ਜੋ ਜਿਵੇਂ ਬਣੀ ਹੈ ਉਸ ਤਰ੍ਹਾਂ ਲਿਖਿਆ ਇਹਨੂੰ ਤਾਂ ਕਿ ਤੁਹਾਨੂੰ ਸਮਝ ਲੱਗ ਜੇ। ਅਤੇ ਪੋਜ਼ੀਟਿਵ ਸਿਰੇ ਸਰਕਟ ਦੇ ਪੋਜ਼ੀਟਿਵ ਅਤੇ ਨੈਗੇਟਿਵ ਨਾਲ ਜੁੜੇ ਹੁੰਦੇ ਹਨ। ਇਸ ਵਿੱਚ ਜੋ ਸਾਈਨ ਵੇਵ ਇਨਪੁੱਟ ਉੱਪਰ ਦਿੱਤੀ ਜਾਂਦੀ ਹੈ ਉਸ ਦਾ ਆਉਟਪੁੱਟ 'ਤੇ ਕੁਝ ਭਾਗ ਹੈ ਜੋ ਕਲਿੱਪ ਹੋ ਜਾਂਦਾ ਹੈ, ਭਾਵ ਕੱਟ ਜਾਂਦਾ ਹੈ।
ਇਸ ਸਰਕਟ ਵਿੱਚ ਦੋ ਰਜਿਸਟੈਂਸ ਵੀ ਜੁੜੇ ਹੁੰਦੇ ਹਨ। ਇਹ ਆਪਾਂ ਕੰਬੀਨੇਸ਼ਨ ਕਲਿੱਪਰ ਦੀ ਤਰ੍ਹਾਂ ਇਹਦੇ ਵਿੱਚ ਆਪਾਂ ਦੋ ਡਾਇਓਡ ਦੀ ਜਗ੍ਹਾ ਤੇ ਆਪਾਂ ਕੀ ਲਗਾਇਆ ਹੋਇਆ ਹੈਗਾ, ਦੋ ਜੀਨਰ ਡਾਇਓਡ ਲਗਾਏ ਨੇ। ਇਹ ਸਟੂਡੈਂਟਸ ਇਹ ਸਰਕਟ ਆ ਗਿਆ ਇਸ ਦਾ। ਇਹ ਆਪਾਂ ਜੋ ਡੈਫੀਨੇਸ਼ਨ ਦੇ ਵਿੱਚ ਲਿਖਿਆ ਸੀ, ਇਹ ਆਪਣੇ ਕੋਲੇ ਦੋ ਜੀਨਰ ਡਾਇਓਡ ਲੱਗੇ ਹੋਏ ਨੇ। ਇਹ ਦੋਨੇ ਇਹਨਾਂ ਦੇ ਨੈਗੇਟਿਵ ਸਿਰੇ ਆਪਸ ਵਿੱਚ ਜੁੜੇ ਹੋਏ ਨੇ। ਇਹ ਮੈਂ ਸ਼ੋਅ ਵੀ ਕੀਤਾ ਹੋਇਆ, ਦੇਖ ਲਓ, ਨੈਗੇਟਿਵ ਟਰਮੀਨਲ ਲਾਏ ਹੋਏ ਨੇ ਇਹਦੇ। ਇਹ ਜੀਨਰ ਡਾਇਓਡ ਦੇ ਸਿੰਬਲ ਹੈ ਦੋਨੋਂ। ਇਹ ਪੋਜ਼ਿਟਿਵ ਸਿਰਾ ਹੋ ਗਿਆ ਇਹਦਾ, ਇਹ ਪੋਜ਼ਿਟਿਵ ਸਿਰਾ ਹੋ ਗਿਆ। ਇੱਧਰੋਂ ਆਪਾਂ ਸਪਲਾਈ ਦੇਣੀ ਹੈਗੀ। ਇਹਦੇ ਵਿੱਚ ਜੋ ਇੱਕ ਲੋਡ ਰਜਿਸਟੈਂਸ ਲੱਗੀ ਹੋਈ ਹੈ, ਇੱਕ ਆਪਾਂ ਰਜਿਸਟੈਂਸ ਲਗਾਈ ਹੈ। BO ਦਾ ਭਾਵ ਹੈਗਾ ਵੋਲਟੇਜ ਆਊਟ। ਜੋ ਸਾਨੂੰ ਵੋਲਟੇਜ ਆਊਟ ਦੇ ਉੱਪਰ ਵੇਵਫਾਰਮ ਪ੍ਰਾਪਤ ਹੋਣੀ ਆ, ਉਹ ਅਸੀਂ ਇੱਧਰ ਇਹ ਬਣਾਏ ਹੋਏ ਨੇਗੇ, ਇੱਥੇ ਆਪਾਂ ਨੂੰ ਪ੍ਰਾਪਤ ਹੋਵੇਗੀ। ਇਸ ਦੇ ਵਿੱਚ ਕਿਸ ਤਰ੍ਹਾਂ ਚੱਲਿਆ ਜਾਂਦਾ, ਜਦੋਂ ਆਪਾਂ ਸਾਈਨ ਵੇਵ ਦਾ ਪੋਜ਼ਿਟਿਵ ਹਾਫ ਸਾਈਕਲ ਸਪਲਾਈ ਦਿੰਦੇ ਹਾਂ ਜੀਨਰ ਡਾਇਓਡ ਸਰਕਟ ਦੇ ਵਿੱਚ, ਇਹ ਆਪਣੇ ਕੋਲੇ ਪੋਜ਼ਿਟਿਵ ਹਾਫ ਸਾਈਕਲ ਸਪਲਾਈ ਆਪਾਂ ਦੇਵਾਂਗੇ ਇਨਪੁੱਟ ਦੇ ਉੱਪਰ, ਤਾਂ ਉੱਪਰ ਸਾਡੇ ਕੀ ਰਹਿ ਗਿਆ, A ਸਾਈਡ ਸਾਡੀ ਪੋਜ਼ਿਟਿਵ ਹੋ ਗਈ, B ਸਾਈਡ ਸਾਡੀ ਨੈਗੇਟਿਵ ਹੋ ਗਈ। ਅਤੇ ਜੋ ਸਾਡਾ ZD1 ਦਾ ਭਾਵ ਕੀ ਹੈ, ਜੀਨਰ ਡਾਇਓਡ 1, ਇਹ ਹੋ ਗਿਆ ਫਾਰਵਰਡ ਬਾਇਸ ਦੇ ਵਿੱਚ। ਅਤੇ ਜੀਨਰ ZD2 ਹੈ ਜਿਹੜਾ ਸਾਡਾ, ਇਹ ਕਾਹਦੇ 'ਚ ਹੋ ਗਿਆ, ਰਿਵਰਸ ਬਾਇਸ ਦੇ ਵਿੱਚ। ਇਹ ਕਿਸ ਤਰ੍ਹਾਂ ਵਰਕ ਕਰਨਾ ਹੈਗਾ, ਜਦੋਂ ਆਪਾਂ ਇਹਨੂੰ ਸਪਲਾਈ ਦੇਵਾਂਗੇ ਤਾਂ ਜਿਹੜਾ ਸਾਡਾ ZD1 ਹੈ, ਇੱਥੋਂ ਤੱਕ ਸਪਲਾਈ ਸਾਡੀ ਕਰੰਟ ਜੋ ਸਾਡਾ ਫਲੋ ਹੈ ਪਹੁੰਚ ਜਾਣਾ ਫਾਰਵਰਡ ਬਾਇਸ ਦੇ ਵਿੱਚ ਹੋਣ ਕਾਰਨ। ਪਰ ਇਹ ਰਿਵਰਸ ਬਾਇਸ ਦੇ ਵਿੱਚ ਹੋਣ ਕਾਰਨ ਇਹਦੇ ਵਿੱਚ ਇੱਕ ਜੀਨਰ ਵੋਲਟੇਜ ਪੈਦਾ ਹੋ ਜਾਂਦੀ ਹੈ। ਜੀਨਰ ਵੋਲਟੇਜ ਪੈਦਾ ਹੋਣ ਦੇ ਜੋ ਜੀਨਰ ਵੋਲਟੇਜ ਪੈਦਾ ਹੋਏਗੀ, ਉਹ ਸਾਡੀ ਜਦੋਂ ਇਨਪੁੱਟ ਸਪਲਾਈ ਜੋ ਆਪਾਂ ਦੇ ਰਹੇ ਹਾਂ, ਜੀਨਰ ਵੋਲਟੇਜ ਜੋ ਪੈਦਾ ਹੋਈ ਹੈ ਉਹਨੂੰ ਐਕਸੀਡ ਕਰ ਗਈ, ਤਾਂ ਉਸ ਸਮੇਂ ਜਿਹੜਾ ਸਾਡਾ ਡਾਇਓਡ ਹੈ ਇਹ ਬ੍ਰੇਕਡਾਊਨ ਹੋ ਜਾਏਗਾ। ਬ੍ਰੇਕਡਾਊਨ ਹੋਣ ਦੇ ਕਾਰਨ ਇਹਦੇ ਵਿੱਚੋਂ ਇੱਧਰੋਂ ਸਪਲਾਈ ਲੰਘ ਜਾਵੇਗੀ ਅਤੇ ਸਾਨੂੰ ਜੋ ਪੀਕ ਸਾਈਕਲ ਦੇ ਉੱਪਰ ਮਿਲਣਾ ਸੀਗੀ ਸਾਈਨ ਵੇਵ, ਉਹ ਪ੍ਰਾਪਤ ਨਹੀਂ ਹੁੰਦੀ। ਅੱਜ ਮੈਂ ਤੁਹਾਨੂੰ ਦੁਬਾਰੇ ਸਮਝਾਉਣਾ ਇਹਦੇ ਬਾਰੇ। ਇਹ ਆਪਾਂ ਪੋਜ਼ਿਟਿਵ ਸਪਲਾਈ ਦੇ ਰਹੇ ਹਾਂ, ਇੱਥੋਂ ਰਜਿਸਟੈਂਸ ਦੇ ਥਰੂ ਹੋ ਕੇ ZD1 'ਤੇ ਪਹੁੰਚ ਗਈ। ਜਿੰਨਾ ਚਿਰ ਸਪਲਾਈ ਆਪਣੀ ਇੱਥੇ ਰਹੀ, ਉਹਨਾਂ ਚਿਰ ਆਪਾਂ ਨੂੰ RL ਦੇ ਰਾਹੀਂ ਹੁੰਦੀ ਹੋਈ B ਆਊਟ ਦੇ ਉੱਪਰ ਆਪਾਂ ਨੂੰ ਸਪਲਾਈ ਪ੍ਰਾਪਤ ਹੋਏਗੀ। ਇਸ ਤਰ੍ਹਾਂ ਸਾਈਨ ਵੇਵ ਸਾਨੂੰ ਪ੍ਰਾਪਤ ਹੋਏਗੀ। ਜੋ ਆਪਾਂ ਰੈੱਡ ਲਾਈਨ ਦੇ ਵਿੱਚ ਆਪਾਂ ਨੂੰ ਜੋ ਰੈੱਡ ਲਾਈਨ ਲੱਗੀ ਹੈ, ਇਹਦੇ ਵਿੱਚ ਆਪਾਂ ਹਾਫ ਸਾਈਕਲ ਦੇਖ ਰਹੇ ਹਾਂ, ਇਸ ਤਰ੍ਹਾਂ ਆਪਾਂ ਨੂੰ ਪ੍ਰਾਪਤ ਹੋਵੇਗਾ। ਪਰੰਤੂ ਜਦੋਂ ਜੀਨਰ ਵੋਲਟੇਜ ਤੋਂ ਐਕਸੀਡ ਕਰ ਗਈ ਆਪਣੀ ਇਨਪੁੱਟ ਵੋਲਟੇਜ, ਜੋ ਆਪਾਂ ਇਨਪੁੱਟ ਸਪਲਾਈ ਦੇ ਰਹੇ ਹਾਂ, ਇਹਦੇ ਵਿੱਚ ZD2 ਦੇ ਵਿੱਚ ਜੋ ਜੀਨਰ ਵੋਲਟੇਜ ਪੈਦਾ ਹੋਈ ਹੈ ਰਿਵਰਸ ਬਾਇਸ ਕਾਰਨ, ਉਹਦੇ ਉੱਪਰੋਂ ਜਦੋਂ ਇਨਪੁੱਟ ਵੋਲਟੇਜ ਸਾਡੀ ਐਕਸੀਡ ਕਰ ਗਈ, ਵੱਧ ਗਈ, ਤਾਂ ਜੋ ਇਹ ZD2 ਹੈ ਇਹ ਆਪਰੇਟ ਹੋ ਜਾਣਾ ਡਾਇਓਡ। ਤਾਂ ਜੋ ਸਾਡਾ ਕਰੰਟ ਇੱਥੇ ਆ ਕੇ ਰੁਕਿਆ ਹੋਇਆ ਸੀ, ਉਹ ਨਾਲ ਦੀ ਨਾਲ ਇੱਧਰ ਦੀ ਨੈਗੇਟਿਵ ਵਾਲੇ ਟਰਮੀਨਲ ਨੂੰ ਚੱਲਣਾ ਸ਼ੁਰੂ ਹੋ ਜਾਣਾ, ਅਤੇ ਸਾਨੂੰ BO ਦੇ ਉੱਪਰ B ਆਊਟ ਦੇ ਉੱਪਰ ਸਾਨੂੰ ਸਪਲਾਈ ਵੋਲਟੇਜ ਆਊਟ 'ਤੇ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਜੋ ਸਾਡਾ ਸਾਈਨ ਵੇਵ ਆ ਉੱਪਰਲੇ ਸਿਰੇ ਦੇ ਉੱਪਰੋਂ ਪੀਕ ਸਾਈਕਲ ਜਿਹੜਾ ਉਹਦਾ ਕਲਿੱਪ ਹੋ ਜਾਣਾ, ਕੱਟ ਹੋ ਜਾਣਾ। ਇਸੇ ਤਰ੍ਹਾਂ ਜਦੋਂ ਅਸੀਂ ਨੈਗੇਟਿਵ ਹਾਫ ਸਾਈਕਲ ਦੇਵਾਂਗੇ ਇਸ ਵਿੱਚ, ਨੈਗੇਟਿਵ ਹਾਫ ਸਾਈਕਲ ਦੇ ਸਮੇਂ ਕੀ ਹੋ ਜਾਊਗਾ, A ਸਾਈਡ ਸਾਡੀ ਨੈਗੇਟਿਵ ਹੋ ਗਈ, B ਸਾਈਡ ਸਾਡੀ ਪੋਜ਼ਿਟਿਵ ਹੋ ਗਈ। ਇਸ ਸਾਈਡ ਦੇ ਵਿੱਚ ਹੁਣ ਆਪਣੇ ਕੋਲ ZD2 ਹੈ ਜੋ ਉਹ ਫਾਰਵਰਡ ਬਾਇਸ ਦੇ ਵਿੱਚ ਹੋ ਗਿਆ, ਕਿਉਂਕਿ ਪੋਜ਼ਿਟਿਵ ਨਾਲ ਪੋਜ਼ਿਟਿਵ ਟਰਮੀਨਲ ਲੱਗਿਆ ਹੋਇਆ, ਅਤੇ ZD1 ਹੈ ਸਾਡਾ ਪੋਜ਼ਿਟਿਵ ਦੇ ਨਾਲ ਨੈਗੇਟਿਵ ਟਰਮੀਨਲ ਲੱਗਿਆ, ਇਹ ਰਿਵਰਸ ਬਾਇਸ ਦੇ ਵਿੱਚ ਹੋ ਗਿਆ। ZD1 ਹੈ ਜੋ ਸਾਡਾ ਰਿਵਰਸ ਹੋ ਗਿਆ, ZD2 ਸਾਡਾ ਫਾਰਵਰਡ ਬਾਇਸ ਹੋ ਗਿਆ। ਅਤੇ ਜੋ ਅਸੀਂ ਕਰੰਟ ਮੈਂ ਕਰੰਟ ਸ਼ੋਅ ਵੀ ਕੀਤਾ ਹੋਇਆ, ਇੱਥੇ ZD2 ਤੇ ਆ ਕੇ ਰੁਕ ਜਾਣਾ। ਜਿੰਨਾ ਚਿਰ ਇੱਥੇ ਰਹੂਗਾ ਕਰੰਟ ਆਪਣੇ ਕੋਲੇ, ਤਾਂ ਸਾਨੂੰ ਵੋਲਟੇਜ ਇੱਥੇ ਪ੍ਰਾਪਤ ਹੋਈ ਜਾਣੀ ਹੈ BO ਦੇ ਉੱਪਰ। BO ਦਾ ਭਾਵ ਆਊਟ ਵੋਲਟੇਜ RL ਦੇ ਰਾਹੀਂ ਜੋ ਆਪਾਂ ਇੱਥੇ ਪ੍ਰਾਪਤ ਲੈ ਰਹੇ ਹਾਂ ਸਿਰਿਆਂ ਦੇ ਉੱਪਰੋਂ, ਅਤੇ ਸਾਨੂੰ ਜੋ ਵੇਵਫਾਰਮ ਹੈ ਸਾਡੀ ਉਹ ਮਿਲ ਜਾਏਗੀ, ਇਸ ਤਰ੍ਹਾਂ ਦੀ ਵੇਵਫਾਰਮ ਬਣ ਜਾਏਗੀ। ਲੇਕਿਨ ਜਦੋਂ ਸਾਡੀ ਰਿਵਰਸ ਬਾਇਸ ਦੇ ਵਿੱਚ ZD1 ਦੇ ਵਿੱਚ ਜੀਨਰ ਵੋਲਟੇਜ ਪੈਦਾ ਹੋ ਗਈ, ਜੀਨਰ ਵੋਲਟੇਜ ਦੇ ਜਿੰਨੀ ਪੈਦਾ ਹੋਏਗੀ, ਉਸ ਤੋਂ ਜਦੋਂ ਸਾਡੀ ਵੋਲਟੇਜ ਇਨ ਹੈ ਜੋ ਅਸੀਂ ਸਪਲਾਈ ਦੇ ਰਹੇ ਹਾਂ, ਇਹ ਐਕਸੀਡ ਕਰ ਗਈ, ਵੱਧ ਗਈ, ਤਾਂ ਜੋ ਸਾਡਾ ਡਾਇਓਡ ਹੈ ਇਹਦੇ ਵਿੱਚ ਉਹਦੀ ਕੰਡਕਟ ਕਰਨਾ ਸ਼ੁਰੂ ਕਰ ਦੇਗਾ, ਅਤੇ ਸਾਡੇ ਜਿਹੜੇ ਕਰੰਟ ਹੈ ਇੱਧਰ ਦੀ ਫਲੋ ਹੋ ਜਾਏਗਾ, ਅਤੇ ਸਾਨੂੰ ਆਊਟ ਦੇ ਉੱਪਰ ਵੋਲਟੇਜ ਪ੍ਰਾਪਤ ਨਹੀਂ ਹੋਵੇਗੀ। ਜਦੋਂ ਆਊਟ 'ਤੇ ਵੋਲਟੇਜ ਪ੍ਰਾਪਤ ਨਾ ਹੋਈ, ਤਾਂ ਸਾਡਾ ਜੋ ਪੀਕ ਟਰਮੀਨਲ ਇੱਥੇ ਆਪਣਾ ਸਾਈਨ ਵੇਵ ਰਾਊਂਡ ਦੇ ਵਿੱਚ ਬਣਨੀ ਸੀ, ਜੋ ਪੂਰੀ ਸਾਈਨ ਵੇਵ ਬਣਨੀ ਸੀ, ਉਹ ਪ੍ਰਾਪਤ ਨਹੀਂ ਹੁੰਦੀ। ਸਾਈਨ ਵੇਵ ਦਾ ਕੁਛ ਹਿੱਸਾ ਕਲਿੱਪ ਹੋ ਜਾਣਾ। ਇਹ ਜੋ ਮੈਂ BZ ਲਿਖਿਆ, ਇਹਦਾ ਹੈਗਾ ਭਾਵ ਵੀ ਪੋਜ਼ਿਟਿਵ ਜੀਨਰ ਵੋਲਟੇਜ, ਇਹਦਾ ਭਾਵ ਹੈਗਾ ਨੈਗੇਟਿਵ ਜੀਨਰ ਵੋਲਟੇਜ। ਇਸ ਤਰ੍ਹਾਂ ਸਾਨੂੰ ਜੋ ਇਹ ਸਾਈਨ ਵੇਵ ਪ੍ਰਾਪਤ ਹੋਈ ਹੈ, ਇਹ ਕਲਿੱਪ ਹੋ ਕੇ ਪ੍ਰਾਪਤ ਹੋਈ ਹੈ। ਸਟੂਡੈਂਟਸ, ਇਹਦੀ ਆਪਾਂ ਡੈਫੀਨੇਸ਼ਨ ਵੀ ਲਿਖੀ ਹੋਈ ਹੈ।
ਡੈਫੀਨੇਸ਼ਨ ਵੀ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਰੀਡ ਕਰਵਾ ਦਿੰਦਾ। ਇਹ ਪੋਜ਼ੀਟਿਵ ਹਾਫ ਸਾਈਕਲ ਦੇ ਸਮੇਂ ਵਰਕਿੰਗ ਕਿਵੇਂ ਕਰਦਾ ਹੈ। ਜਦੋਂ ਇਨਪੁੱਟ ਸਾਈਨ ਵੇਵ ਦਾ ਪੋਜ਼ੀਟਿਵ ਹਾਫ ਸਾਈਕਲ ਹੁੰਦਾ ਹੈ ਤਾਂ ਜੀਨਰ ਡਾਇਓਡ ZD1 ਫਾਰਵਰਡ ਬਾਇਸ ਵਿੱਚ ਹੁੰਦਾ ਹੈ ਅਤੇ ZD2 ਰਿਵਰਸ ਬਾਇਸ ਵਿੱਚ ਹੁੰਦਾ ਹੈ। ਜਿੰਨਾ ਚਿਰ ਇਨਪੁੱਟ ਵੋਲਟੇਜ ਸਰਕਟ ਵਿੱਚ ਪੈਦਾ ਹੋਣ ਵਾਲੀ ਜੀਨਰ ਵੋਲਟੇਜ ਤੋਂ ਘੱਟ ਰਹਿੰਦੀ ਹੈ, ਜੋ ਜੀਨਰ ਵੋਲਟੇਜ ZD2 ਦੇ ਵਿੱਚ ਪੈਦਾ ਹੋਣੀ ਹੈ, ਘੱਟ ਰਹੂਗੀ ਜਾਂ ਬਰਾਬਰ ਹੋਊਗੀ, ਉਸ ਸਮੇਂ ਤਾਂ ਸਾਨੂੰ ਇਨਪੁੱਟ ਆਪਣੀ ਵੇਵਫਾਰਮ ਆਊਟਪੁੱਟ 'ਤੇ ਮਿਲਦੀ ਰਹੇਗੀ। ਜਦੋਂ ਇਨਪੁੱਟ ਵੋਲਟੇਜ ਸਰਕਟ ਵਿੱਚ ਪੈਦਾ ਹੋਣ ਵਾਲੀ ਜੀਨਰ ਵੋਲਟੇਜ ਤੋਂ ਵੱਧ ਜਾਂਦੀ ਹੈ, ਇਨਪੁੱਟ ਸਪਲਾਈ ਸਾਡੀ ਐਕਸੀਡ ਕਰ ਗਈ ਉਸ ਨੂੰ, ਤਾਂ ਜੀਨਰ ਡਾਇਓਡ ZD2 ਕਰੰਟ ਨੂੰ ਕੰਡਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਸਾਨੂੰ ਆਊਟਪੁੱਟ 'ਤੇ ਵੇਵਫਾਰਮ ਪ੍ਰਾਪਤ ਨਹੀਂ ਹੁੰਦੀ, ਭਾਵ ਵੇਵਫਾਰਮ ਕਲਿੱਪ ਹੋ ਜਾਂਦੀ ਹੈ। ਉਹ ਥੋੜ੍ਹੀ ਜਿਹੀ ਸਾਡੀ ਜੋ ਸਾਈਨ ਵੇਵ ਆ ਉਹ ਕੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਨੈਗੇਟਿਵ ਹਾਫ ਸਾਈਕਲ ਦੇ ਸਮੇਂ ਹੋਵੇਗਾ। ਜਦੋਂ ਇਨਪੁੱਟ ਸਾਈਨ ਵੇਵ ਦਾ ਨੈਗੇਟਿਵ ਹਾਫ ਸਾਈਕਲ ਹੁੰਦਾ ਹੈ ਤਾਂ ਜੀਨਰ ਡਾਇਓਡ ZD2 ਜੋ ਅਸੀਂ ਨਾਮ ਰੱਖਿਆ ਹੋਇਆ ਡਾਇਓਡ 2 ਦਾ ਫਾਰਵਰਡ ਬਾਇਸ ਵਿੱਚ ਹੁੰਦਾ ਹੈ ਅਤੇ ZD1 ਰਿਵਰਸ ਬਾਇਸ ਵਿੱਚ ਹੁੰਦਾ ਹੈ। ਜਿੰਨਾ ਚਿਰ ਇਨਪੁੱਟ ਵੋਲਟੇਜ ਸਰਕਟ ਵਿੱਚ ਪੈਦਾ ਹੋਣ ਵਾਲੀ ਜੀਨਰ ਵੋਲਟੇਜ ਤੋਂ ਘੱਟ ਰਹਿੰਦੀ ਹੈ ਜਾਂ ਬਰਾਬਰ ਰਹਿੰਦੀ ਹੈ ਤਾਂ ਸਾਨੂੰ ਆਊਟਪੁੱਟ 'ਤੇ ਵੇਵਫਾਰਮ ਮਿਲਦੀ ਹੈ। ਜਦੋਂ ਇਨਪੁੱਟ ਵੋਲਟੇਜ ਸਰਕਟ ਵਿੱਚ ਪੈਦਾ ਹੋਣ ਵਾਲੀ ਜੀਨਰ ਵੋਲਟੇਜ ਤੋਂ ਵੱਧ ਜਾਂਦੀ ਹੈ, ਇਨਪੁੱਟ ਜੋ ਵੋਲਟੇਜ ਅਸੀਂ ਦੇ ਰਹੇ ਹਾਂ ਉਹ ਜੋ ਵੋਲਟੇਜ ZD1 ਦੇ ਵਿੱਚ ਪੈਦਾ ਹੋਈ ਜੀਨਰ ਵੋਲਟੇਜ ਉਹਨੂੰ ਐਕਸੀਡ ਕਰ ਗਈ, ਵੱਧ ਗਈ, ਤਾਂ ਜੀਨਰ ਡਾਇਓਡ ZD1 ਨੂੰ ਕਰੰਟ ਕੰਡਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਡਾਇਓਡ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਸਾਨੂੰ ਆਊਟਪੁੱਟ 'ਤੇ ਵੇਵਫਾਰਮ ਪ੍ਰਾਪਤ ਨਹੀਂ ਹੁੰਦੀ, ਭਾਵ ਵੇਵਫਾਰਮ ਕਲਿੱਪ ਹੋ ਜਾਂਦੀ ਹੈ। ਠੀਕ ਹੈ ਸਟੂਡੈਂਟਸ, ਇਹ ਹੈ ਆਪਣਾ ਜੀਨਰ ਡਾਇਓਡ। ਇੱਕ ਵਾਰੀ ਮੈਂ ਤੁਹਾਨੂੰ ਇਹਦੀ ਵੇਵਫਾਰਮ ਫੇਰ ਦਿਖਾ ਦਿੰਦਾ ਵੀ ਇਹ ਥੋੜ੍ਹੀ ਇਹ ਇਸ ਸਿਰੇ ਤੋਂ ਅਤੇ ਪੋਜ਼ੀਟਿਵ ਸਿਰੇ ਤੋਂ ਇਹ ਦੋਨੋਂ ਤੋਂ ਆਪਣੀ ਇਹਦੀ ਕਲਿੱਪ ਹੋਈ ਹੈ। ਕਲਿੱਪ ਦਾ ਭਾਵ ਕੱਟ ਜਾਂਦੀ ਹੈ ਜੀਨਰ ਡਾਇਓਡ ਦੇ ਵਿੱਚ। ਇੱਕ ਵਾਰ ਜੀਨਰ ZD1 ਦੇ ਵਿੱਚੋਂ ਦੀ ਕਰੰਟ ਫਲੋ ਚੱਲਦਾ ਗਾ, ਫਿਰ ZD2 ਹੈ ਜੋ ਸਾਡਾ ਰਿਵਰਸ ਬਾਇਸ ਦੇ ਵਿੱਚ ਹੈ। ਇਸੇ ਤਰ੍ਹਾਂ ਨੈਗੇਟਿਵ ਹਾਫ ਸਾਈਕਲ ਦੇ ਸਮੇਂ ZD1 ਸਾਡਾ ਰਿਵਰਸ ਦੇ ਵਿੱਚ ਫਾਰਵਰਡ ਦੇ ਵਿੱਚ ਆ ਗਿਆ, ਰਿਵਰਸ ਦੇ ਵਿੱਚ ਆ ਗਿਆ, ਅਤੇ ਇਹ ਆਪਣਾ ਜੋ ZD2 ਹੈ ਇਹ ਆਪਣਾ ਫਾਰਵਰਡ ਬਾਇਸ ਦੇ ਵਿੱਚ ਆ ਗਿਆ। ਇੱਕ ਵਾਰੀ ਇਹ ਵਰਕ ਕਰਦਾ। ਠੀਕ ਹੈ, ਇਹ ਅੱਜ ਆਪਣਾ ਸਟੂਡੈਂਟਸ ਅੱਜ ਦੇ ਟੌਪਿਕ ਸੀਗੇ ਕਲਿੱਪਰ ਸਰਕਟ, ਜਿਹਦੇ ਵਿੱਚ ਆਪਾਂ ਪੋਜ਼ੀਟਿਵ ਸੀਰੀਜ਼ ਕਲਿੱਪਰ, ਪੋਜ਼ੀਟਿਵ ਸ਼ੰਟ ਕਲਿੱਪਰ, ਪੋਜ਼ੀਟਿਵ ਅੱਗੇ ਨੈਗੇਟਿਵ ਸੀਰੀਜ਼ ਕਲਿੱਪਰ, ਨੈਗੇਟਿਵ ਸ਼ੰਟ ਕਲਿੱਪਰ ਪੜ੍ਹੇ। ਉਸ ਤੋਂ ਬਾਅਦ ਆਪਾਂ ਕੰਬੀਨੇਸ਼ਨ ਕਲਿੱਪਰ ਪੜ੍ਹੇ, ਫਿਰ ਆਪਾਂ ਜੀਨਰ ਕਲਿੱਪਰ ਪੜ੍ਹੇ। ਠੀਕ ਹੈ, ਹੁਣ ਆਪਾਂ ਅਗਲਾ ਟੌਪਿਕ ਲੈ ਕੇ ਆਵਾਂਗੇ। ਥੈਂਕ ਯੂ।